ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਪ੍ਰੋਫੈਸਰ ਜਮਸ਼ੀਦ ਅਲੀ ਖਾਨ, ਸਾਬਕਾ ਡੀਨ ਪੰਜਾਬੀ ਯੂਨੀਵਰਸਿਟੀ ਪਟਿਆਲਾ। ਪ੍ਰੋਫੈਸਰ ਸਾਹਿਬ ਵੈਲਕਮ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਪ੍ਰੋਫੈਸਰ ਸਾਹਿਬ। ਲੋਕਾਂ ਦੀ ਮੱਤ ਵੱਜੀ ਪਈ ਆ। ਓਪੀਨੀਅਨ ਪੋਲਸ ਨੇ ਪੰਜਾਬ ਦੇ ਚੋਣ ਦ੍ਰਿਸ਼ ਨੂੰ ਵਾਹਵਾ ਰੌਚਕ ਬਣਾਤਾ ਹੈ। ਸਥਾਪਤੀ ਨਾਲ ਜੁੜੀਆਂ ਧਿਰਾਂ, ਐਸਟੈਬਲਿਸ਼ਮੈਂਟ ਨਾਲ ਜੁੜੀਆਂ ਧਿਰਾਂ, ਰਵਾਇਤੀ ਪਾਰਟੀਆਂ, ਉਹਨਾਂ ਦੇ ਅੰਦਰ ਇੱਕ ਵੱਖਰੀ ਤਰ੍ਹਾਂ ਦਾ ਸਹਿਮ ਹੈ। ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੀ ਹਵਾ ਦਿਖਾਈ ਜਾ ਰਹੀ ਹੈ, 2017 ਦੇ ਵਿੱਚ ਵੀ ਇੰਝ ਹੀ ਵਾਪਰਦਾ ਸੀਗਾ, ਲੇਕਿਨ ਲਾਸਟ ਮੂਮੈਂਟ ਦੇ ਉੱਤੇ ਕੁਝ ਚੀਜ਼ਾਂ ਬਦਲੀਆਂ। ਲੇਕਿਨ ਉਦੋਂ ਕੁਝ ਫੈਕਟਰ ਹੋਰ ਵੀ ਕੰਮ ਕਰਦੇ ਸੀ। ਲੇਕਿਨ ਇਸ ਵਾਰੀ ਇੱਕ ਬਦਲਾਅ ਦੀ ਹਵਾ ਜੋ ਓਪੀਨੀਅਨ ਪੋਲਸ ਦਿਖਾ ਰਹੇ ਆ, ਇਹਨੇ ਇੱਕ ਵੱਖਰੀ ਤਰ੍ਹਾਂ ਦੀ ਜਿਹੜੀ ਬਹਿਸ ਛੇੜ ਦਿੱਤੀ ਹੈ ਕਿ ਕੀ ਇਸ ਤਰ੍ਹਾਂ ਦੇ ਪੋਲਸ ਲੋਕ ਸਾਈਕੀ ਤੇ, ਲੋਕਾਂ ਦੇ ਮਨਾਂ ਤੇ ਵੀ ਅਸਰ ਪਾਉਂਦੇ ਆ? ਕੀ ਇਸ ਤਰ੍ਹਾਂ ਦੇ ਪੋਲ ਜਿਹੜੇ ਆ ਉਹਨਾਂ ਨਾਲ ਕਿਸੇ ਖਾਸ ਧਿਰ ਨੂੰ ਜ਼ਿਆਦਾ ਫਾਇਦਾ ਵੀ ਮਿਲ ਜਾਂਦਾ? ਲੋਕ ਵੇਖੋ ਵੇਖੀ ਗੱਲ ਉਧਰ ਜ਼ਿਆਦਾ ਕਰਨ ਲੱਗ ਪੈਂਦੇ ਆ। ਇਹ ਅੱਜ ਕੱਲ੍ਹ ਸਵਾਲ ਉੱਠਣ ਲੱਗ ਗਿਆ। ਦੂਜਾ ਸਵਾਲ ਕਿ ਜਿਹੜੇ ਸਾਡੇ ਓਪੀਨੀਅਨ ਪੋਲ ਔਰ ਐਗਜ਼ਿਟ ਪੋਲ ਪੰਜਾਬ ਦੇ ਨਜ਼ਰੀਓਂ ਹੁਣ ਤੱਕ ਹੁੰਦੇ ਆਏ ਆ, ਉਹਨਾਂ ਦੀ ਜਿਹੜੀ ਸਫਲਤਾ ਹੈ ਜਾਂ ਉਹਨਾਂ ਦੀ ਕ੍ਰੈਡੀਬਿਲਿਟੀ ਹੈ ਜਾਂ ਉਹਨਾਂ ਦਾ ਹੂਬਹੂ ਕਿੰਨੇ ਕੁ ਪ੍ਰਤੀਸ਼ਤ ਪੂਰੇ ਉਤਰਿਆ ਜੋ ਉਹਨਾਂ ਨੇ ਆਪਣੇ ਸਰਵੇ ਦੇ ਵਿੱਚ ਦਿੱਤਾ ਸੀਗਾ, ਰਿਜ਼ਲਟ ਨਾਲ ਮੇਚ ਖਾਂਦੇ ਕਿ ਨਹੀਂ? ਤੀਜਾ ਸਵਾਲ ਕਿ ਕੀ ਸਥਾਪਤੀ ਵਾਲੀਆਂ ਧਿਰਾਂ, ਰਵਾਇਤੀ ਪਾਰਟੀਆਂ ਕੋਈ ਇਸ ਹਵਾ ਨੂੰ ਰੋਕਣ ਲਈ ਔੜ ਪੌੜ ਕਰਨਗੀਆਂ? ਹੁਣ ਤੁਹਾਨੂੰ ਲੱਗਦਾ ਹੈ ਕਿ ਕੋਈ ਨਵੇਂ ਨੈਰੇਟਿਵ ਵੀ ਬਣਨਗੇ, ਕੋਈ ਜਮਾ ਜੋੜ ਵੀ ਹੋਣਗੇ, ਇੱਕ ਦੂਜੇ ਨਾਲ ਸਾਂਝ ਵੀ ਪਾਈ ਜਾ ਸਕਦੀ ਹੈ? ਕਿਸੇ ਬਹੁਤ ਤੇਜ਼ ਹਵਾ ਨੂੰ ਰੋਕਣ ਲਈ ਕੁਝ ਇੰਜ ਦੇ ਜੁਗਾੜ ਵੀ ਹੁੰਦੇ? ਮੈਨੂੰ ਸਭ ਤੋਂ ਪਹਿਲਾਂ ਇਸ ਗੱਲ ਤੇ ਦੱਸਿਓ ਕਿ ਇਹ ਓਪੀਨੀਅਨ ਪੋਲ, ਇਹਨਾਂ ਨੂੰ ਪੁਰਾਣੇ ਲਿਹਾਜ਼ ਨਾਲ, ਪਿਛਲੀਆਂ 3-4 ਇਲੈਕਸ਼ਨਸ ਦੇ ਲਿਹਾਜ਼ ਨਾਲ ਕਿਵੇਂ ਦੇਖੀਏ ਵੀ ਕਿੰਨੇ ਕੁ ਸਟੀਕ ਹੁੰਦੇ ਆ, ਕਿੰਨੇ ਕੁ ਠੀਕ ਹੁੰਦੇ ਆ? ਤੇ ਦੂਜੇ ਬੰਨੇ ਜੇ ਇੰਜ ਹੀ ਹੋਊਗਾ ਤਾਂ ਰਵਾਇਤੀ ਪਾਰਟੀਆਂ ਕੋਲੇ ਹੁਣੇ ਅਗਲੇ 8-10 ਦਿਨਾਂ ਦੇ ਵਿੱਚ ਇਹਨੂੰ ਚੇਂਜ ਕਰਨ ਲਈ ਕੋਈ ਹਥਿਆਰ ਬਚਦਾ ਜਾਂ ਇਹ ਹਨੇਰੀ ਚੜੀ ਆਉਂਦੀ ਵਹਿ ਜਾਊਗੀ? ਰੰਧਾਵਾ ਸਾਹਿਬ, ਜੇ ਆਪਾਂ ਓਪੀਨੀਅਨ ਪੋਲਸ ਦੀ ਗੱਲ ਕਰੀਏ, ਵੈਸੇ ਤਾਂ 10-15 ਸਾਲ ਤੋਂ ਟ੍ਰੈਂਡ ਚੱਲਿਆ ਹੋਇਆ ਹੈ ਕਿ ਹਰੇਕ ਇਲੈਕਸ਼ਨ ਦੇ ਵਿੱਚ ਇਹ ਓਪੀਨੀਅਨ ਪੋਲ ਜਾਂ ਸਰਵੇ ਹੁੰਦੇ ਹੈਗੇ। ਲੇਕਿਨ ਪੰਜਾਬ ਦੇ ਕੇਸ ਦੇ ਵਿੱਚ ਇਹ ਦੇਖਿਆ ਗਿਆ ਹੈ ਕਿ ਇਹ ਜਿਹੜੇ ਓਪੀਨੀਅਨ ਪੋਲ ਹੈਗੇ, ਇਹ ਜ਼ਿਆਦਾ ਕੋਈ ਇਹਨਾਂ ਦੇ ਵਿੱਚ ਜਿਹੜੀ ਹੈਗੀ, ਇਹਨਾਂ ਦੀ ਕ੍ਰੈਡੀਬਿਲਿਟੀ ਨਹੀਂ ਰਹੀ, ਜਾਂ ਇਹ ਓਪੀਨੀਅਨ ਪੋਲ ਗਰਾਊਂਡ ਰਿਐਲਿਟੀ ਦੇ ਹਿਸਾਬ ਨਾਲ ਖਰੇ ਨਹੀਂ ਉਤਰੇ। ਅਸੀਂ ਫਾਰ ਐਗਜ਼ਾਮਪਲ ਗੱਲ ਕਰ ਸਕਦੇ ਹਾਂ, ਕਿਉਂਕਿ ਤਕਰੀਬਨ 2012 ਤੋਂ ਹੀ ਇਹ ਜ਼ਿਆਦਾ ਓਪੀਨੀਅਨ ਪੋਲਸ ਦਾ ਸਿਲਸਿਲਾ ਚੱਲਿਆ। ਜਿੱਥੇ ਤੱਕ ਅਸੀਂ ਪੰਜਾਬ ਦੇ ਸੰਦਰਭ ਦੀ ਗੱਲ ਕਰਦੇ ਹਾਂ ਕਿ 2012 ਦੇ ਵਿੱਚ ਕਿਸੇ ਓਪੀਨੀਅਨ ਪੋਲ ਨੇ ਇਹ ਪ੍ਰੈਡਿਕਟ ਨਹੀਂ ਸੀ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਦੁਬਾਰਾ ਰਿਪੀਟ ਹੋ ਜਾਏਗੀ। ਈਵਨ ਅਕਾਲੀ ਦਲ ਦੇ ਵੀ ਕਈ ਲੀਡਰ ਜਿਹੜੇ ਹੈਗੇ ਇਹ ਮੰਨ ਕੇ ਬੈਠੇ ਸੀ ਕਿ ਇਸ ਵਾਰੀ ਸਰਕਾਰ ਚੇਂਜ ਹੋਣੀ ਹੈ, ਤੇ ਸਰਕਾਰ ਜਿਹੜੀ, ਕਿਉਂਕਿ ਅਸੀਂ 5 ਸਾਲ ਕਰ ਲਈ, 2007 ਤੋਂ ਲੈ ਕੇ 12 ਤੱਕ ਜੋ ਰੋਟੇਸ਼ਨ ਬਣੀ ਹੋਈ ਹੈ, ਉਹਦੇ ਹਿਸਾਬ ਨਾਲ ਹੁਣ ਕਾਂਗਰਸ ਦੀ ਸਰਕਾਰ ਬਣਨ ਦੀ ਸੰਭਾਵਨਾ ਹੈ। ਔਰ ਕਈ ਕੁਆਟਰਸ ਤੋਂ ਇਹ ਗੱਲ ਵੀ ਆ ਰਹੀ ਸੀ ਕਿ ਈਵਨ ਵੱਡੇ ਬਾਦਲ ਸਾਹਿਬ ਵੀ, ਕਿਸੇ ਨੂੰ ਉਹਨਾਂ ਨੇ ਪੁੱਛਿਆ ਕਿ ਅਫਰੀਕਾ ਕਿਵੇਂ ਆ, ਤੁਸੀਂ ਉੱਥੇ ਰਹਿ ਕੇ ਆਏ ਹੋ, ਹੁਣ ਅਸੀਂ ਥੋੜਾ ਜਿਹਾ ਵਿਹਲੇ ਹੋ ਜਾਣਾ, ਮੈਂ ਸੋਚਿਆ ਕਿ ਤੁਰ ਫਿਰੇ ਆਈਏ। ਪਰ ਇਹ ਸਾਰੀਆਂ ਗੱਲਾਂ ਦੇ ਬਾਵਜੂਦ ਸਾਰੇ ਓਪੀਨੀਅਨ ਪੋਲ ਜਿਹੜੇ ਹੈਗੇ ਸੀ ਉਹ ਨਿਗੇਟ ਹੋਏ ਤੇ ਅਕਾਲੀ ਦਲ ਦੀ ਸਰਕਾਰ ਦੁਬਾਰਾ ਰਿਪੀਟ ਕੀਤੀ। ਦੂਸਰਾ ਜਿਹੜਾ ਅਸੀਂ 2017 ਦੀ ਗੱਲ ਕਰਦੇ ਹਾਂ ਕਿ 2017 ਦੇ ਵਿੱਚ ਵੀ ਓਪੀਨੀਅਨ ਪੋਲਸ ਦਾ ਇਹੀ ਹੋਇਆ। 2017 ਦੇ ਵਿੱਚ ਸਾਰੇ ਓਪੀਨੀਅਨ ਪੋਲ ਇਹ ਪ੍ਰੈਡਿਕਟ ਕਰ ਰਹੇ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਸਕਦੀ ਹੈ। ਔਰ ਇੱਥੋਂ ਤੱਕ ਕਿ ਕਈ ਜਿਹੜੇ ਸੀ ਏਜੰਸੀਜ਼, ਉਹ ਆਮ ਆਦਮੀ ਪਾਰਟੀ ਨੂੰ 90 ਜਾਂ 100 ਸੀਟਾਂ ਦੇ ਰਹੀ ਸੀ। ਪਰ ਅਲਟੀਮੇਟਲੀ ਕੀ ਨਿਕਲਿਆ ਕਿ ਆਮ ਆਦਮੀ ਪਾਰਟੀ ਜਿਹੜੀ ਹੈਗੀ ਉਹ 20 ਸੀਟਾਂ ਤੇ ਸਿਮਟ ਕੇ ਰਹਿ ਗਈ। ਇਸ ਕਰਕੇ ਪੰਜਾਬ ਦੇ ਵਿੱਚ ਇਹ ਓਪੀਨੀਅਨ ਪੋਲਸ ਦੀ ਜਿਹੜੀ ਕ੍ਰੈਡੀਬਿਲਿਟੀ ਹੈ, ਉਹਦੇ ਤੇ ਹਮੇਸ਼ਾ ਹੀ ਕੁਐਸਚਨ ਮਾਰਕ ਲੱਗਿਆ ਰਹਿੰਦਾ ਹੈ। ਲੇਕਿਨ ਥੋੜਾ ਜਿਹਾ ਜੇ ਅਸੀਂ ਗਰਾਊਂਡ ਰਿਐਲਿਟੀ ਦੇ ਨਾਲ ਇਸ ਵਾਰੀ ਮੈਚ ਕਰੀਏ, 2-3 ਗੱਲਾਂ ਇੱਥੇ ਜ਼ਰੂਰ ਕਰਨੀਆਂ ਬਣਦੀਆਂ ਨੇ ਕਿ ਇੱਕ ਤਾਂ ਪਿਛਲੇ 50 ਸਾਲ ਤੋਂ
ਪੰਜਾਬ ਮੈਂ ਤਾਂ ਕਹਿਣਾ ਕਿ 1972 ਤੋਂ ਲੈ ਕੇ ਹੁਣ ਤੱਕ, ਕਿਉਂਕਿ 67 ਤੇ 69 ਦੀਆਂ ਇਲੈਕਸ਼ਨਾਂ ਕੱਢ ਦੋ, 67 ਤੇ 69 ਦੇ ਵਿੱਚ ਪੰਜਾਬ ਦੇ ਵੋਟਰ ਨੇ ਕੋਈ ਕਿਸੇ ਇੱਕ ਪਾਰਟੀ ਨੂੰ ਕਲੀਅਰ ਮੈਂਡੇਟ ਨਹੀਂ ਸੀ ਦਿੱਤਾ। 67 ਦੀਆਂ ਇਲੈਕਸ਼ਨਾਂ ਦੇ ਵਿੱਚ ਵੀ ਫ੍ਰੈਕਚਰਡ ਮੈਂਡੇਟ ਸੀ, 1969 ਦੀਆਂ ਇਲੈਕਸ਼ਨ ਦੇ ਵਿੱਚ ਵੀ ਫ੍ਰੈਕਚਰਡ ਮੈਂਡੇਟ ਸੀ। ਉਸ ਟਾਈਮ ਕੋਲੀਸ਼ਨ ਗਵਰਨਮੈਂਟਸ ਬਣੀਆਂ, ਲੇਕਿਨ 1972 ਤੋਂ ਲੈ ਕੇ ਹੁਣ ਤੱਕ ਪੰਜਾਬ ਦਾ ਵੋਟਰ ਇੱਕ ਪੋਲੀਟੀਕਲ ਪਾਰਟੀ ਨੂੰ ਹੀ ਸਪਸ਼ਟ ਬਹੁਮਤ ਦੇ ਕੇ ਲਿਆਂਦਾ ਰਿਹਾ। ਇਸੇ ਕਰਕੇ ਓਪੀਨੀਅਨ ਪੋਲ ਵੀ ਕਈ ਵਾਰੀ ਉਸ ਹਿਸਟੋਰੀਕਲ ਕੰਟੈਕਸਟ ਦੇ ਵਿੱਚ ਹੌਲੀ ਹੌਲੀ ਚਾਹੇ ਚੱਲੇ ਇੱਥੋਂ ਸੀ ਕਿ ਆਮ ਆਦਮੀ ਪਾਰਟੀ ਹੈ ਜਿਹੜੀ ਸਿੰਗਲ ਲਾਰਜੈਸਟ ਹੋਏਗੀ, ਉਹਦੀਆਂ 36 ਸੀਟਾਂ ਹੋਣਗੀਆਂ, ਫਿਰ 41 ਤੇ ਆ ਗਏ ਤੇ ਹੁਣ ਮੈਜੋਰਟੀ ਤੇ ਆ ਗਏ। ਇਸ ਤਰ੍ਹਾਂ ਦੀ ਗੱਲ ਹੋਣ ਲੱਗੀ ਕਿ ਸਪਸ਼ਟ ਬਹੁਮਤ ਲੈ ਜਾਏਗੀ। ਦੂਸਰੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦਾ ਵੈਸੇ ਜੇ ਅਸੀਂ ਗਰਾਊਂਡ ਰਿਐਲਿਟੀ ਦੇ ਨਾਲ ਥੋੜੀ ਜਿਹੀ ਮੈਚ ਕਰੀਏ, ਪਹਿਲਾਂ ਜਦ ਇਲੈਕਟੋਰਲ ਪ੍ਰੋਸੈਸ ਸ਼ੁਰੂ ਹੋਇਆ ਸੀ ਪੰਜਾਬ ਦੇ ਵਿੱਚ ਅੱਜ ਤੋਂ 1.5-2 ਮਹੀਨੇ ਪਹਿਲਾਂ, ਤਾਂ ਸਾਨੂੰ ਸਭ ਨੂੰ ਇਹ ਲੱਗ ਰਿਹਾ ਸੀ ਕਿ ਆਮ ਆਦਮੀ ਪਾਰਟੀ ਦੀ ਜੋ ਹਵਾ ਹੈ ਉਹ ਇੱਕ ਸਪੈਸੀਫਿਕ ਏਰੀਆ ਦੇ ਵਿੱਚ ਹੈ, ਮਾਲਵੇ ਦੇ ਵਿੱਚ ਹੈ, ਮਾਲਵੇ 'ਚ ਖਾਸ ਤੌਰ ਤੇ। ਲੇਕਿਨ ਆਹਿਸਤਾ ਜਿਹੜੀਆਂ ਰਿਪੋਰਟਸ ਆ ਰਹੀਆਂ ਹੈਗੀਆਂ ਉੱਥੋਂ ਇਹ ਲੱਗਦਾ ਹੈ ਕਿ ਕੁਝ ਏਰੀਆਜ਼ ਦੇ ਵਿੱਚ ਮਾਝੇ ਤੇ ਦੁਆਬੇ ਦੇ ਵਿੱਚ ਵੀ ਇਹ ਪੈਨੀਟ੍ਰੇਟ ਕਰ ਰਹੀ ਹੈ। ਕਿਉਂਕਿ ਮੈਂ ਇਸ ਬੇਸ ਤੇ ਗੱਲ ਕਰਦਾ ਹਾਂ ਕਿ ਸਾਡੇ ਇੱਕ ਪੰਜਾਬ ਪੋਲੀਟੀਕਲ ਸਾਇੰਸ ਐਸੋਸੀਏਸ਼ਨ ਹੈ, ਰਜਿਸਟਰਡ ਬਾਡੀ ਹੈ, ਮੈਂ ਉਹਦਾ ਪ੍ਰੈਜ਼ੀਡੈਂਟ ਹਾਂ ਜੀ। ਯੂਨੀਵਰਸਿਟੀ ਤੇ ਕਾਲਜਾਂ ਦੇ ਪ੍ਰੋਫੈਸਰਾਂ ਦੀ ਉਹ ਇੱਕ ਬਾਡੀ ਹੈ। ਸਾਡਾ ਕੋਈ ਉਸ ਤਰ੍ਹਾਂ ਕਮਰਸ਼ੀਅਲ ਪਰਪਸ ਨਹੀਂ ਹੈ, ਅਸੀਂ ਆਪਣੀ ਕੰਜ਼ੰਪਸ਼ਨ ਵਾਸਤੇ ਇੱਕ ਸਰਵੇ ਕੀਤਾ, ਉਹਦੇ ਵਿੱਚ ਵੀ ਇਹ ਗੱਲ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਮਾਲਵਾ ਤੋਂ ਬਿਯੋਂਡ ਵੀ ਕੁਝ ਆਪਣਾ ਇਨਫਲੂਐਂਸ ਬਣਾ ਰਹੀ ਹੈ ਤੇ ਉੱਥੇ ਵੀ ਕਈ ਸੀਟਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਇੱਕ ਹੋਰ ਜਿਹੜੀ ਗੱਲ ਦੇਖੀ ਗਈ ਹੈ ਕਿ ਜਿਹੜੀਆਂ ਮਾਲਵੇ ਦੇ ਵਿੱਚ ਵੀ ਅਸੀਂ ਕਈ ਹੋਰ ਪਾਰਟੀਆਂ ਦੀਆਂ ਸੇਫ ਸੀਟਾਂ ਸਮਝਦੇ ਸੀ, ਕਈ ਹੈਗੀਆਂ ਜਿੱਥੇ ਲੱਗਦਾ ਸੀ ਸਾਨੂੰ ਕਿ ਇਹ ਕਾਂਗਰਸ ਦੀ ਸੇਫ ਸੀਟ ਹੈ ਜਾਂ ਇਹ ਅਕਾਲੀ ਦਲ ਦੀ ਸੇਫ ਸੀਟ ਹੈ ਜਾਂ ਐਨਡੀਏ ਦੀ ਸੇਫ ਸੀਟ ਹੈ, ਉੱਥੇ ਵੀ ਹੁਣ ਲੱਗਦਾ ਕਿ ਆਮ ਆਦਮੀ ਪਾਰਟੀ ਬੜੀ ਜ਼ਬਰਦਸਤ ਮੁਕਾਬਲੇ ਦੇ ਵਿੱਚ ਹੈ ਤੇ ਉੱਥੋਂ ਸੀਟ ਕੱਢ ਵੀ ਸਕਦੀ ਹੈ। ਇਹ ਸਾਰੇ ਸੰਦਰਭ ਦੇ ਵਿੱਚ ਜਿਹੜਾ ਹੈ ਆਮ ਆਦਮੀ ਪਾਰਟੀ ਨੂੰ ਮੈਜੋਰਿਟੀ ਪਾਰਟੀ ਦੇ ਤੌਰ ਤੇ ਜਿਹੜਾ ਪ੍ਰੈਡਿਕਟ ਕੀਤਾ ਜਾ ਰਿਹਾ ਹੈ। ਹੁਣ ਜਿਹੜਾ ਟਾਈਮ ਨਾਓ ਦਾ ਸਰਵੇ ਆਇਆ ਹੈ 62 ਤੋਂ 66 ਸੀਟਾਂ ਤੱਕ, 62 ਤੋਂ 66 ਸੀਟਾਂ ਤੱਕ ਤੇ 44% ਤੋਂ ਉੱਪਰ ਜਿਹੜੀ ਹੈ ਵੋਟ ਪਰਸੈਂਟੇਜ ਇੰਡੀਕੇਟ। ਔਰ ਇਹਦੇ ਚ ਪ੍ਰੋਫੈਸਰ ਸਾਹਿਬ ਜਿਹੜਾ ਡਿਜ਼ਾਈਨਡ ਬਾਕਸ ਦਾ ਹੈਗਾ ਜੀ, ਜਿਹੜਾ ਏਬੀਪੀ ਆਨੰਦ ਬਾਜ਼ਾਰ ਪੱਤਰਕਾ ਵਾਲਾ, ਉਹਨੇ ਵੀ 55 ਤੋਂ 63 ਦਿੱਤੀਆਂ। ਹੁਣ ਵੇਖਣ ਵਾਲੀ ਗੱਲ ਆ ਕਿ ਹਾਂਜੀ, ਜਦੋਂ ਤੁਸੀਂ ਸ਼ੁਰੂ ਤੋਂ ਦੇਖਦੇ ਹੋ ਅਜੇ ਚੋਣ ਜਾਬਤਾ ਲੱਗਿਆ ਨਹੀਂ ਸੀ, ਕਾਂਗਰਸ ਲਗਭਗ ਐਜ ਲੈ ਰਹੀ ਸੀ, ਉਦੋਂ ਲੱਗਦਾ ਸੀਗਾ ਕਿ ਅਮਰਿੰਦਰ ਸਿੰਘ ਨੂੰ ਬਦਲ ਕੇ ਕਾਂਗਰਸ ਨੇ ਦੁਬਾਰਾ ਸੱਤਾ ਰਿਪੀਟ ਕਰ ਲੈਣੀ ਹੈ। ਫਿਰ ਹੌਲੀ ਹੌਲੀ ਇਹ ਗੱਲ ਅੱਗੇ ਵੱਧਦੀ, ਲੇਕਿਨ ਜਿਹੜੇ ਓਪੀਨੀਅਨ ਪੋਲਸ ਨੇ, ਜਿਹੜੇ ਸਰਵੇਖਣ ਸੀਗੇ, ਇਹਨਾਂ ਦੇ ਵਿੱਚ ਕਦੇ ਵੀ ਆਮ ਆਦਮੀ ਪਾਰਟੀ ਨੂੰ ਪਛਾੜਿਆ ਨਹੀਂ ਕਾਂਗਰਸ ਨੇ। ਇਹ ਤੁਸੀਂ ਦੇਖਿਆ ਹੀ ਹੋਣਾ ਸ਼ੁਰੂ ਤੋਂ ਲੈ ਕੇ, ਜਿਵੇਂ ਤੁਸੀਂ ਪਹਿਲਾਂ ਹੀ ਗੱਲ ਕਰਤੀ ਹੈ। ਸੋ ਇਸ ਵੇਲੇ ਹਾਂ ਜੀ ਸ਼ੁਰੂ ਤੋਂ ਹੀ ਆਮ ਆਦਮੀ ਪਾਰਟੀ ਨੂੰ ਜਿੰਨੇ ਸਰਵੇ ਹੈਗੇ ਉਹਨਾਂ ਨੇ ਸਿੰਗਲ ਲਾਰਜੈਸਟ ਪਾਰਟੀ ਦੇ ਤੌਰ ਤੇ ਰੱਖਿਆ। ਮੈਜੋਰਟੀ ਤੇ ਤਾਂ ਹੁਣ ਆਏ ਹੈਗੇ ਨਾ, ਪਹਿਲਾਂ ਸਿੰਗਲ ਲਾਰਜੈਸਟ ਪਾਰਟੀ ਦੇ ਤੌਰ ਤੇ ਰੱਖਿਆ ਹੈ। ਲੇਕਿਨ ਪਹਿਲਾਂ ਵੀ ਇਸ ਤਰ੍ਹਾਂ ਦੀ ਹਵਾ ਬਣੀ ਸੀ। ਰੰਧਾਵਾ ਸਾਹਿਬ, ਆਪਾਂ ਨੂੰ ਪਤਾ ਹੈ ਕਿ 2017 ਦੀਆਂ ਇਲੈਕਸ਼ਨ ਦੇ ਵਿੱਚ ਵੀ ਇਸ ਤਰ੍ਹਾਂ ਦਾ ਹੀ ਅੰਡਰਕਰੰਟ ਸੀ, ਇਸੇ ਤਰ੍ਹਾਂ ਦੀ ਹਵਾ ਬਣੀ ਹੋਈ ਸੀ। ਚਾਹੇ ਉਸ ਟਾਈਮ ਮੇਨਲੀ ਮਾਲਵਾ ਦੇ ਵਿੱਚ ਸੀ, ਕਿਉਂਕਿ ਉਸ ਟਾਈਮ ਮੈਂ ਐਕਟਿਵ ਸਰਵਿਸ ਦੇ ਵਿੱਚ ਵੀ ਸੀ ਤੇ ਸਾਡੇ ਬੜੇ ਲੰਬੇ ਮਤਲਬ ਬੜੇ ਸਟਰੈਂਥ ਵਾਲੇ ਕਲਾਸਰੂਮ ਹੁੰਦੇ ਹੈਗੇ ਡਿਸਟੈਂਸ ਐਜੂਕੇਸ਼ਨ ਦੇ ਵਿੱਚ, 200 ਬੱਚਾ, 300 ਬੱਚਾ। ਮੈਂ ਉਹਨਾਂ ਦਾ ਵੀ ਓਪੀਨੀਅਨ ਲਿੱਤਾ ਸੀ ਉਸ ਟਾਈਮ ਜੀ, ਔਰ ਸਾਰਾ ਇਹ ਲੱਗ ਰਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਜਿਹੜਾ ਅੰਡਰਕਰੰਟ ਹੈ। ਲੇਕਿਨ ਲਾਸਟ ਤੇ ਜਾ ਕੇ ਕੀ ਹੋਇਆ ਕਿ ਜਿਹੜੀਆਂ ਟ੍ਰੈਡੀਸ਼ਨਲ ਪਾਰਟੀਆਂ ਹੈਗੀਆਂ ਉਹਨਾਂ ਨੂੰ ਇਹ ਗੱਲ ਹਜ਼ਮ ਨਹੀਂ ਹੋਈ ਕਿ ਕੋਈ ਥਰਡ ਪੋਲੀਟੀਕਲ ਪਾਰਟੀ ਆ ਕੇ ਇੱਥੇ ਸਰਕਾਰ ਬਣਾਵੇ ਜੀ। ਉਹਦਾ ਕੀ ਹੋਇਆ ਕਿ ਦੋਨੋਂ ਜਿਹੜੀਆਂ ਮੇਜਰ ਪਾਰਟੀਆਂ ਸੀ ਉਹਨਾਂ ਦੀ ਆਪਸ ਦੇ ਵਿੱਚ ਸੀਕ੍ਰੇਟ ਅੰਡਰਸਟੈਂਡਿੰਗ ਹੋ ਗਈ। ਸੀਕ੍ਰੇਟ ਅੰਡਰਸਟੈਂਡਿੰਗ ਦਾ ਇੱਕ ਪ੍ਰੂਫ ਵੀ ਸਾਹਮਣੇ ਆ ਗਿਆ
ਕਿਉਂਕਿ ਕਾਂਗਰਸ ਰੋਟੇਸ਼ਨ ਵਾਈਜ਼ ਜਿੱਤਦੀ ਰਹੀ ਹੈ ਇਲੈਕਸ਼ਨਾਂ, ਲੇਕਿਨ ਕਾਂਗਰਸ ਦੀ ਇੰਨੀ ਕੈਪੈਸਿਟੀ ਨਹੀਂ ਕਿ ਉਹ 77 ਜਾਂ 80 ਸੀਟਾਂ ਲੈ ਜਾਵੇ। ਖਾਸ ਤੌਰ ਤੇ ਉਹਨਾਂ ਦਿਨਾਂ 'ਚ। ਪਹਿਲਾਂ ਵੀ ਜਿੱਤਦੀ ਰਹੀ ਹੈ, ਕਦੇ 62 ਸੀਟਾਂ, ਕਦੇ 63 ਸੀਟਾਂ, ਇਸ ਤੋਂ ਜ਼ਿਆਦਾ ਸੀਟਾਂ ਨਹੀਂ ਉਹਨਾਂ ਦੀਆਂ ਆਉਂਦੀਆਂ। ਔਰ ਅਕਾਲੀ ਦਲ ਵੀ ਟਾਈਮ ਟੂ ਟਾਈਮ ਹਾਰਦਾ ਰਿਹਾ ਇਲੈਕਸ਼ਨਾਂ। ਉਹਨਾਂ ਦੇ ਹਾਰਨ ਦਾ ਵੀ ਇੱਕ ਲੈਵਲ ਹੁੰਦਾ ਸੀ। ਹਾਰਨ ਦਾ ਮਤਲਬ 32 ਸੀਟਾਂ ਤੋਂ ਨੀਚੇ ਨਹੀਂ ਸੀ ਜਾਂਦਾ। ਇਹ ਜਿਹੜਾ ਅਕਾਲੀ 30-32 ਸੀਟਾਂ ਤੋਂ 14 ਸੀਟਾਂ ਤੇ ਆਇਆ, 15 ਸੀਟਾਂ ਤੇ ਆਇਆ, ਜਾਂ ਜਿਹੜੀ ਕਾਂਗਰਸ ਹੈ ਉਹ 60-62 ਦੀ ਬਜਾਏ 77 ਤੇ ਚਲੀ ਗਈ, ਉਹ ਕਲੀਅਰ ਕੱਟ ਇੰਡੀਕੇਸ਼ਨ ਹੋ ਗਈ ਕਿ ਇਹਨਾਂ ਦੀ ਸੀਕ੍ਰੇਟ ਅੰਡਰਸਟੈਂਡਿੰਗ ਹੋਈ ਹੈ ਆਮ ਆਦਮੀ ਪਾਰਟੀ ਨੂੰ ਕਾਊਂਟਰ ਕਰਨ ਵਾਸਤੇ। ਇਹੀ ਗੱਲ ਜਿਹੜੀ ਹੈਗੀ ਹੁਣ ਖਦਸ਼ਾ ਬਣਿਆ ਹੋਇਆ ਹੈ। ਨਹੀਂ ਸਰ, ਨਹੀਂ, ਮੈਂ ਇੱਥੇ ਆਉਣਾ ਕਿ ਕੀ ਹੋ ਸਕਦਾ ਹੈ, ਮੈਂ ਇੱਥੇ ਆਉਣਾ ਹੈ ਕਿ ਕੀ ਹੋ ਸਕਦਾ, ਲੇਕਿਨ ਉਸ ਤੋਂ ਪਹਿਲਾਂ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਔਰ ਬਾਦਲ ਕਿਆਂ ਦੇ ਦਰਮਿਆਨ ਜਿਹੜੀ ਬਾਅਦ ਵਿੱਚ ਆ ਕੇ ਸਾਂਝ ਪੁਖਤਾ ਹੋਈ, ਲੋਕਾਂ ਦੀ ਨਜ਼ਰ ਚੜੀ, ਔਰ ਇਹ ਲਗਭਗ 4 ਸਾਲ ਬਾਅਦ ਖੁੱਲ ਕੇ ਹੀ ਕਾਂਗਰਸੀਆਂ ਨੇ ਕਹਿਣਾ ਸ਼ੁਰੂ ਕਰਤਾ ਵੀ ਸਾਡੇ ਵਾਲੇ ਤਾਂ ਕੁਝ ਕਰਦੇ ਨਹੀਂ। ਹੁਣ ਮੇਰਾ ਮਤਲਬ ਸਿਰਫ ਇਹ ਹੈ ਕਿ ਇਹ ਅੰਡਰਸਟੈਂਡਿੰਗ ਬਾਦਲਾਂ ਤੇ ਸੱਤਾ 'ਚ ਰਹਿੰਦਿਆਂ ਹੀ ਸਿਰੇ ਚੜ ਗਈ ਸੀ, ਪ੍ਰਵਾਨ ਚੜ ਗਈ ਸੀ। ਲੇਕਿਨ ਮੈਂ ਇਹ ਪੁੱਛਣਾ ਚਾਹੁੰਦਾ ਹੈ ਕਿ ਇਸ ਵਾਰੀ ਕੈਪਟਨ ਨੂੰ ਲਾਇਆ ਜਾ ਚੁੱਕਿਆ ਔਰ ਕਾਂਗਰਸ ਦੀ ਉਹ ਅਗਵਾਈ ਕਰ ਰਹੀ ਹੈ ਲੀਡਰਸ਼ਿਪ ਜਿਹਨੇ ਬਿਕਰਮ ਸਿੰਘ ਮਜੀਠੀਆ ਤੇ ਪਰਚਾ ਕਰਾਇਆ, ਜਿਹਨੇ ਅਕਾਲੀ ਦਲ ਨੂੰ ਗਲਿਓਂ ਫੜਿਆ। ਦੇਖਣ ਵਾਲੀ ਗੱਲ ਆ ਕਿ ਹੁਣ ਇਹਨਾਂ ਦੇ ਵਿੱਚ ਉਹ ਇਕੁਏਸ਼ਨਸ ਨਹੀਂ ਰਹੀਆਂ, ਹੁਣ ਲੀਡਰਸ਼ਿਪ ਤਬਦੀਲ ਹੋ ਚੁੱਕੀ ਆ ਔਰ ਸ਼ਾਇਦ ਇਹ ਜਿਹੜਾ ਪਰਚਾ ਹੈ ਇਹਨਾਂ ਦੋਨਾਂ ਦੇ ਵਿੱਚ ਇੰਨੀ ਕੁੜੱਤਣ ਵਧੀ ਹੋਈ ਹੈ ਕਿ ਅਜੇ ਵੀ ਇਹ ਇਕੱਠੇ ਹੋ ਸਕਦੇ। ਹਾਂ, ਤੁਹਾਨੂੰ ਇੱਕ ਯਾਦ ਹੋਵੇ, ਜੇ ਤੁਸੀਂ ਉਹਨੂੰ ਥੋੜਾ ਤਸਦੀਕ ਕਰ ਸਕੋ, ਕਿ ਉਦੋਂ ਇੱਕ ਰੌਲਾ ਇਹ ਵੀ ਪੈਂਦਾ ਰਿਹਾ ਸੀ ਕਿ ਬੀਜੇਪੀ ਜਾਂ ਆਰਐਸਐਸ ਨੇ ਕੁਝ ਸ਼ਹਿਰੀ ਵੋਟ ਜਿਹੜੀ ਆ ਉਹ ਕਾਂਗਰਸ ਨੂੰ ਸ਼ਿਫਟ ਕਰਾਤੀ ਸੀਗੀ ਆਮ ਨੂੰ ਰੋਕਣ ਲਈ। ਇਸ ਤਰ੍ਹਾਂ ਦੀਆਂ ਗੱਲਾਂ ਵੀ ਚੱਲਦੀਆਂ ਰਹੀਆਂ। ਹੁਣ ਇਹ ਜਿਹੜੇ ਸੰਦਰਭ ਬਦਲ ਗਏ ਆ, ਜਿਹੜੇ ਹੁਣ ਸਮੀਕਰਨ ਬਦਲ ਗਏ, ਇਹਨਾਂ ਦੇ ਵਿੱਚ ਅੱਗੇ ਕੀ ਹੈ? ਇਹਦੇ ਵਿੱਚ ਇਹ ਲੱਗਦਾ ਰੰਧਾਵਾ ਸਾਹਿਬ ਕਿ ਹੁਣ ਜਿਹੜੇ 3 ਮੇਨ ਪਲੇਅਰਸ ਹੈਗੇ ਫੀਲਡ ਦੇ ਵਿੱਚ, ਆਮ ਆਦਮੀ ਪਾਰਟੀ, ਕਾਂਗਰਸ ਤੇ ਐਨਡੀਏ ਵਾਲਾ ਫਰੰਟ, ਤੇ ਹੁਣ ਅਕਾਲੀ ਦਲ, ਹੁਣ ਇਹ ਪੋਸੀਬਿਲਿਟੀ ਬਣਦੀ ਜਾ ਰਹੀ ਹੈ, ਆਮ ਚਰਚਾ ਹੈ ਕਿ ਭਾਵੇਂ ਅਕਾਲੀ ਦਲ ਤੇ ਬੀਜੇਪੀ ਦਾ ਅਲਾਇੰਸ ਟੁੱਟ ਚੁੱਕਿਆ ਹੈ, ਅਕਾਲੀ ਦਲ ਅਲੱਗ ਅਲਾਇੰਸ ਦੇ ਵਿੱਚ ਚੋਣ ਲੜ ਰਿਹਾ ਹੈ ਤੇ ਬੀਜੇਪੀ ਵਾਲਿਆਂ ਦਾ ਅਲੱਗ ਅਲਾਇੰਸ ਹੈ। ਪਰ ਇਹ ਆਮ ਚਰਚਾ ਚੱਲੀ ਹੋਈ ਹੈ ਕਿ ਬੀਜੇਪੀ ਵਾਲੇ ਫਰੰਟ ਦੀ ਤੇ ਅਕਾਲੀ ਦਲ ਦੀ ਕੋਈ ਨਾ ਕੋਈ ਸੀਕ੍ਰੇਟ ਅੰਡਰਸਟੈਂਡਿੰਗ ਹੋ ਸਕਦੀ ਹੈ ਸੀਟ ਟੂ ਸੀਟ। 117 ਦੀਆਂ 17 ਸੀਟਾਂ ਸਾਹਮਣੇ ਰੱਖ ਕੇ ਕਿ ਜਿਹੜੀ ਬੀਜੇਪੀ ਵਾਲਾ ਅਲਾਇੰਸ ਜਿੱਤ ਸਕਦਾ ਹੈ ਉਹ ਅਕਾਲੀ ਦਲ ਸਪੋਰਟ ਕਰ ਦੇਗਾ, ਜਿਹੜਾ ਅਕਾਲੀ ਦਲ ਵਾਲਾ ਅਲਾਇੰਸ ਹੈ ਉਹ ਬੀਜੇਪੀ ਸਪੋਰਟ ਕਰ ਦੇਗੀ। ਉਹਦੀ ਮੈਂ ਇੱਕ ਮੇਰਾ ਸੋਰਸ ਹੈ, ਪਹਿਲਾਂ ਵੀ ਕਈ ਵਾਰੀ ਗੱਲਾਂ ਹੁੰਦੀਆਂ ਸੀ, ਉਹਨੇ ਜਦ ਭਗਵੰਤ ਮਾਨ ਦਾ ਚੱਲ ਰਿਹਾ ਸੀ ਕਿ ਬੀਜੇਪੀ ਦੇ ਵਿੱਚ ਆ ਸਕਦਾ ਹੈ, ਚਾਹੇ ਆਇਆ ਚਾਹੇ ਨਹੀਂ ਆਇਆ, ਜਿਹੜੀ ਗੱਲ ਚੱਲੀ, ਜਦ ਵੀ ਉਸ ਸੋਰਸ ਨੇ ਮੈਨੂੰ ਦੱਸਤਾ ਸੀ ਕਿ ਇਸ ਤਰ੍ਹਾਂ ਦੀ ਗੱਲ ਚੱਲ ਰਹੀ ਹੈ। ਹੁਣ ਰੀਸੈਂਟਲੀ ਮੇਰੀ ਗੱਲ ਹੋਈ, ਉਹ ਬਹੁਤ ਵੈਲ ਕਨੈਕਟਡ ਹੈ ਬੀਜੇਪੀ ਸਰਕਲਸ ਦੇ ਵਿੱਚ, ਉਹਨੇ ਮੈਨੂੰ ਇਹ ਗੱਲ ਦੱਸੀ ਕਿ ਉੱਪਰਲੇ ਲੈਵਲ ਤੇ ਇਹ ਗੱਲ ਚੱਲ ਰਹੀ ਹੈ ਕਿ 10 ਤਰੀਕ ਤੋਂ ਬਾਅਦ ਇਸ ਸੰਬੰਧੀ ਕੋਈ ਸਟ੍ਰੈਟਜੀ ਬਣੇਗੀ ਕਿ ਆਮ ਆਦਮੀ ਪਾਰਟੀ ਨੂੰ ਕਿਵੇਂ ਰੋਕਿਆ ਜਾਣਾ, ਕਿ ਕਿਹੜੀ ਪਾਰਟੀ ਨਾਲ ਕਿੱਥੇ ਅੰਡਰਸਟੈਂਡਿੰਗ ਕਰਕੇ ਇਹਦੇ ਪ੍ਰਭਾਵ ਨੂੰ ਘਟਾਇਆ ਜਾ ਸਕਦਾ ਹੈ। ਇਹ ਸੀਕ੍ਰੇਟ ਅੰਡਰਸਟੈਂਡਿੰਗ ਦੀ ਜਿਹੜੀ ਪੋਸੀਬਿਲਿਟੀ ਹੈ ਉਹ ਹਜੇ ਵੀ ਬਣੀ ਹੋਈ ਹੈ, ਕਿਉਂਕਿ ਨਾ ਬੀਜੇਪੀ ਚਾਹੁੰਦੀ ਹੈ, ਨਾ ਕਾਂਗਰਸ ਚਾਹੁੰਦੀ ਹੈ, ਨਾ ਅਕਾਲੀ ਦਲ ਚਾਹੁੰਦਾ ਕਿ ਆਮ ਆਦਮੀ ਪਾਰਟੀ ਇਸ ਤਰ੍ਹਾਂ ਦਾ ਜਿਹੜਾ ਉਹਦਾ ਪ੍ਰਭਾਵ ਬਣਿਆ ਰਵੇ ਤੇ ਇਲੈਕਸ਼ਨਾਂ ਦੇ ਵਿੱਚ ਐਬਸੋਲਿਊਟ ਮੈਜੋਰਿਟੀ ਲੈ ਕੇ ਸਰਕਾਰ ਬਣਾ ਸਕੇ। ਇਹ ਸੀਕ੍ਰੇਟ ਅੰਡਰਸਟੈਂਡਿੰਗ ਦੀ ਜਿਹੜੀ ਸੰਭਾਵਨਾ ਹੈ ਉਹ ਬਣੀ ਹੋਈ ਹੈ। ਇਹ ਠੀਕ ਹੈ ਕਿ ਇਸ ਵਾਰੀ ਕਾਂਗਰਸ ਦੀ ਲੀਡਰਸ਼ਿਪ ਦੇ ਵਿੱਚ ਚੇਂਜ ਹੈ। ਹੁਣ ਕਾਂਗਰਸ ਦਾ ਲੀਡਰ ਕੈਪਟਨ ਅਮਰਿੰਦਰ ਸਿੰਘ ਨਹੀਂ, ਹੁਣ ਕੈਪਟਨ ਜਿਹੜੇ ਕਾਂਗਰਸ ਦੇ ਲੀਡਰ ਹੈਗੇ ਉਹ ਨਵਜੋਤ ਸਿੱਧੂ ਤੇ ਚੰਨੀ ਹੈਗੇ, ਔਰ ਖਾਸ ਤੌਰ ਤੇ ਨਵਜੋਤ ਸਿੰਘ ਸਿੱਧੂ ਦੀ ਉਸ ਤਰ੍ਹਾਂ ਦੀ ਅਕਾਲੀ ਦਲ ਦੇ ਨਾਲ ਅੰਡਰਸਟੈਂਡਿੰਗ ਨਹੀਂ ਹੈ ਤੇ ਉਹਨਾਂ ਦਾ ਸਮਝੌਤਾ ਜਿਹੜਾ ਹੈ ਉਹ ਲੱਗਦਾ ਨਹੀਂ ਕਿ ਹੋ ਸਕਦਾ ਕੋਈ ਸੀਕ੍ਰੇਟ ਅੰਡਰਸਟੈਂਡਿੰਗ। ਜੇ ਕੋਈ ਸੀਕ੍ਰੇਟ ਅੰਡਰਸਟੈਂਡਿੰਗ ਆਪ ਨੂੰ ਕਾਊਂਟਰ ਕਰਨ ਵਾਸਤੇ ਹੋ ਸਕਦੀ ਹੈ, ਉਹ ਬੀਜੇਪੀ ਵਾਲੇ ਅਲਾਇੰਸ ਦੇ ਵਿੱਚ ਤੇ ਅਕਾਲੀਆਂ ਵਾਲੇ ਅਲਾਇੰਸ ਦੇ ਵਿੱਚ। ਉਹਨਾਂ ਦਾ ਭਾਵੇਂ ਅਲਾਇੰਸ ਟੁੱਟ ਚੁੱਕਿਆ ਹੈ, ਲੇਕਿਨ ਪੋਸੀਬਿਲਿਟੀ ਜਿਹੜੀ ਹੈ
ਹਜੇ ਵੀ ਰੂਲ ਆਊਟ ਨਹੀਂ ਕੀਤੀ ਜਾ ਸਕਦੀ ਕਿ ਉਹਨਾਂ ਦੇ ਵਿੱਚ ਕੋਈ ਸੀਕ੍ਰੇਟ ਅੰਡਰਸਟੈਂਡਿੰਗ ਹੋ ਜਾਵੇ ਬਾਅਦ ਦੇ ਵਿੱਚ ਜਿਹੜੀ ਹੈ ਈਵਨ ਕੋਲੀਸ਼ਨ ਗਵਰਨਮੈਂਟ ਵੀ ਮੈਂ ਬਣਾਉਣ ਦੀ ਮੈਂ ਕੋਸ਼ਿਸ਼ ਮੈਂ ਇਹਦੇ ਵਿੱਚ ਜਿਹੜਾ ਇੱਕ ਮੈਨੂੰ ਲੱਗਦਾ ਕਿ ਸਵਾਲ ਜਾਇਜ਼ ਔਰ ਪੁੱਛਿਆ ਜਾਊਗਾ, ਮੈਨੂੰ ਪੁੱਛਣਾ ਬਣਦਾ ਹੈ ਕਿ ਜਿੰਨੇ ਓਪੀਨੀਅਨ ਪੋਲ ਆ ਹੁਣ ਇਹਨਾਂ ਨੂੰ ਸਪਸ਼ਟ ਬਹੁਮਤ ਦੇ ਰਹੇ ਆ ਆਮ ਆਦਮੀ ਪਾਰਟੀ ਨੂੰ, ਉਹ ਬੀਜੇਪੀ ਦੀ ਵੋਟ ਬੈਂਕ ਨੂੰ ਵੀ ਜਿਹੜਾ ਕੁਦਰਤੀ ਤੌਰ ਤੇ ਇੱਕ ਪਾਸੇ ਰੱਖ ਕੇ ਚੱਲ ਰਿਹਾ ਔਰ ਉਹਦੇ ਵਿੱਚ 5% 3 ਤੋਂ 5% ਇਸ ਤਰ੍ਹਾਂ ਦੀ ਸਥਿਤੀ ਦਿਖਾਈ ਹੈ। ਔਰ ਅਕਾਲੀ ਦਲ ਨੂੰ ਤਾਂ ਹੁਣ ਜਿਹੜਾ ਲੇਟੈਸਟ ਟਾਈਮਸ ਨਾਓ ਦਾ ਸੀਗਾ, ਉਹਨੇ ਤਾਂ ਬਿਲਕੁਲ ਹੀ ਜਿਹੜਾ 14% ਤੱਕ ਥੱਲੇ ਲੈਣ ਦਾ ਜਿਹੜਾ ਜ਼ਮੀਨ ਦੇ ਉੱਤੇ ਕਿਵੇਂ ਆ ਮੈਨੂੰ ਸਮਝ ਨਹੀਂ ਆਈ। ਲੇਕਿਨ ਮੈਂ ਇਹ ਸਵਾਲ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜੇ ਦੋਵੇਂ ਰਲ ਜਾਂਦੇ ਨੇ ਤਾਂ ਇਹ ਕਿੰਨੀਆਂ ਸੀਟਾਂ 'ਚ ਕਨਵਰਟ ਹੁੰਦੇ ਨੇ, ਕਿਉਂਕਿ ਜਿਹੜੀ ਕਾਂਗਰਸ ਦਾ ਡਿੱਗਣਾ ਹੈ, ਜਿਹੜਾ ਇਹ ਸਰਵੇ ਲੇਟੈਸਟ ਸਰਵੇ ਆ, ਜੇ ਤੁਸੀਂ ਆਮ ਆਦਮੀ ਪਾਰਟੀ ਦੀ ਇੰਨੀ ਹਵਾ ਹੈ ਤਾਂ ਫਿਰ ਕਾਂਗਰਸ ਨੂੰ ਇੰਨਾ ਉੱਪਰ ਤੁਸੀਂ ਨਹੀਂ ਦਿਖਾ ਸਕਦੇ, ਫਿਰ 41 ਤੋਂ 44 ਕਾਂਗਰਸ ਵੀ ਨਹੀਂ ਲਿਜਾ ਸਕਦੀ। ਜੇ ਅਕਾਲੀ ਦਲ ਨੂੰ ਉਹਨਾਂ ਨੇ 8 ਤੋਂ 11 ਦਿੱਤੀਆਂ ਨੇ ਤੇ ਇਹਦਾ ਮਤਲਬ ਹੈ ਕਿ ਕਾਂਗਰਸ ਵੀ ਲਗਭਗ 25 ਦੇ ਆਸ-ਪਾਸ ਹੀ ਟਿਕਦੀ ਹੈ। ਜੇ ਹਵਾ ਦਾ ਰੁਖ ਇੰਨਾ ਤੇਜ਼ ਹੋਵੇ, ਉੱਥੇ ਕਿਤੇ ਮੈਨੂੰ ਲੱਗਦਾ ਕਿ ਕੋਈ ਸਮੀਕਰਨਾਂ 'ਚ ਗਲਤੀ ਹੋਈ ਆ, ਕਿਉਂਕਿ ਜਿਹੜਾ ਆਧਾਰ ਆ ਅਕਾਲੀ ਦਲ ਮਾਝੇ ਔਰ ਦੁਆਬੇ ਚੋਂ ਸੀਟਾਂ ਦੇ ਵਧਣ ਦਾ, ਉੱਥੇ ਇਹਨਾਂ ਨੂੰ ਸੀਟਾਂ ਬਹੁਤ ਘੱਟ ਦਿਖਾਈਆਂ ਗਈਆਂ, ਅਕਾਲੀ ਦਲ ਗੱਠਜੋੜ ਨੂੰ ਬਹੁਤ ਘੱਟ। ਔਰ ਮੈਂ ਸਵੇਰੇ ਵੀ ਇਹ ਗੱਲ ਕਹੀ ਸੀਗੀ ਕਿ ਮਾਝੇ ਵਿੱਚ ਬਹੁਤ ਥਾਵਾਂ ਤੇ ਅਕਾਲੀ ਦਲ ਮੁਕਾਬਲੇ 'ਚ ਹੈਗਾ, ਉਹਨੂੰ ਜੇ ਤੁਸੀਂ ਗਰਾਊਂਡ ਤੋਂ ਬਿਲਕੁਲ ਹੀ ਰੂਲ ਆਊਟ ਕਰ ਦਿਓ ਤਾਂ ਮੇਰੇ ਖਿਆਲ ਇਹ ਠੀਕ ਨਹੀਂ ਹੋਊਗਾ। ਐਸੀ ਸਥਿਤੀ ਦੇ ਵਿੱਚ ਜੇ ਕਾਂਗਰਸ ਦੀਆਂ ਵੀ ਸੀਟਾਂ ਘਟਦੀਆਂ ਤੇ ਕੁਦਰਤੀ ਆਮ ਆਦਮੀ ਪਾਰਟੀ ਦੀਆਂ ਉਸ ਸਥਿਤੀ 'ਚ ਵੱਧਦੀਆਂ ਨੇ। ਜੇ ਉੱਥੇ ਅਕਾਲੀ ਦਲ ਵੱਧ ਜਾਂਦਾ ਹੈ, ਅਕਾਲੀ ਦਲ ਤੇ ਬਸ ਬੀਜੇਪੀ ਜੇ ਇਕੱਠੀ ਵੀ ਹੋ ਜਾਂਦੀ ਤੇ 25 ਤੱਕ ਆ ਜਾਂਦੇ ਆ, ਤੇ ਉਧਰਲੇ ਬੰਨਿਓ ਕਾਂਗਰਸ ਨੀਚੇ ਆ ਜਾਂਦੀ ਹੈ, ਸਮੀਕਰਨ ਇੰਜ ਕਿਵੇਂ ਬਦਲਣਗੇ? ਉਹਦੇ ਚ ਰੰਧਾਵਾ ਸਾਹਿਬ ਜਿਹੜਾ ਓਪੀਨੀਅਨ ਪੋਲ ਆਪਾਂ ਗੱਲ ਕਰ ਰਹੇ ਹਾਂ ਟਾਈਮ ਨਾਓ ਦਾ, ਉਹਦੇ ਵਿੱਚ ਕਾਂਗਰਸ ਨੂੰ ਤਾਂ ਦਿਖਾਈਆਂ ਗਈਆਂ ਹੈ 41 ਤੋਂ 46 ਤੱਕ ਤੇ ਅਕਾਲੀ ਦਲ ਨੂੰ ਦਿਖਾਈਆਂ ਗਈਆਂ 8 ਤੋਂ 11 ਤੱਕ। ਪਰ ਜੋ ਗਰਾਊਂਡ ਰਿਐਲਿਟੀ ਹੈ, ਕਿਉਂਕਿ ਆਪਾਂ ਵੀ ਫਿਰਦੇ ਤੁਰਦੇ ਹਾਂ, ਸਾਰੇ ਕਿਧਰੇ ਵਿਚਰਦੇ ਹਾਂ ਤੇ ਥੋੜਾ ਜਿਹਾ ਉਹ ਸਰਵੇ ਦਾ ਵੀ ਸਾਡਾ ਬੇਸ ਹੈ ਕਿ ਟਾਈਮ ਦੇ ਨਾਲ ਨਾਲ ਕਾਂਗਰਸ ਪਾਰਟੀ ਦਿਨ ਬ ਦਿਨ ਡਾਊਨ ਆਉਂਦੀ ਜਾ ਰਹੀ ਹੈ। ਕਾਂਗਰਸ ਦੀ ਉਹ ਪੋਜੀਸ਼ਨ ਨਹੀਂ ਹੈ, ਮੈਨੂੰ ਨਹੀਂ ਲੱਗਦਾ ਕਿ ਕਾਂਗਰਸ ਪਾਰਟੀ ਜਿਹੜੀ ਹੈ 41 ਤੋਂ 46 ਸੀਟਾਂ ਦੇ ਵਿੱਚ ਆਏਗੀ। ਮੇਰੇ ਹਿਸਾਬ ਨਾਲ ਕਾਂਗਰਸ ਜਿਹੜੀ ਹੈ ਉਹ 20-25 ਤੇ ਆ ਕੇ ਟਿਕੇਗੀ। ਬਿਲਕੁਲ ਬਿਲਕੁਲ। ਔਰ ਅਕਾਲੀ ਦਲ 8-11 ਤੇ ਨਹੀਂ ਰਹੇਗਾ, ਇਹ ਵੀ 20-25 ਤੇ ਆਏਗਾ। ਔਰ ਅਕਾਲੀ ਦਲ ਉਨਾ ਹੀ ਗੇਨ ਕਰੇਗਾ। ਬਿਲਕੁਲ ਤੁਸੀਂ ਦੇਖਿਆ ਹੋਣਾ ਕਿ ਟਾਈਮ ਦੇ ਨਾਲ ਨਾਲ ਅਕਾਲੀ ਜਿਹੜੇ ਹੈਗੇ ਉਹ ਗੇਨ ਕਰ ਰਹੇ ਨੇ, ਅਕਾਲੀ ਪਾਰਟੀ ਗੇਨ ਕਰ ਰਹੀ ਹੈ। ਔਰ ਖਾਸ ਤੌਰ ਤੇ ਦੁਆਬੇ ਦੇ ਵਿੱਚ, ਕਿਉਂਕਿ ਦੁਆਬੇ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਇੱਕ ਸ਼ਡਿਊਲ ਕਾਸਟ ਪਾਪੂਲੇਸ਼ਨ ਜਿਹੜੀ ਹੈ 37% ਹੈ। ਔਰ ਉੱਥੇ ਦੀ ਸ਼ਡਿਊਲ ਕਾਸਟ ਪਾਪੂਲੇਸ਼ਨ ਦਾ ਵੋਟਿੰਗ ਬਿਹੇਵੀਅਰ ਇਹ ਹੈ ਕਿ ਉੱਥੇ ਬੀਐਸਪੀ ਦਾ ਕਾਫੀ ਇਨਫਲੂਐਂਸ ਹੈ। ਮਾਝੇ ਤੇ ਦੁਆਬੇ ਦੇ ਵਿੱਚ ਬੀਐਸਪੀ ਦਾ ਕਾਫੀ ਇਨਫਲੂਐਂਸ ਨਹੀਂ ਹੈ। ਇਨਫਲੂਐਂਸ ਉੱਥੇ ਬੀਐਸਪੀ ਚਾਹੇ ਇਲੈਕਸ਼ਨ ਜਿੱਤ ਤਾਂ ਨਹੀਂ ਸਕਦੀ ਸੀਟਾਂ, ਲੇਕਿਨ ਉਹ ਕਿਸੇ ਦੀ ਜਿੱਤ ਤੇ ਹਾਰ ਨੂੰ ਪ੍ਰਭਾਵਿਤ ਕਰ ਸਕਦੀ ਹੈ ਜੀ। ਜਿਹੜੀਆਂ ਦੁਆਬੇ ਦੀਆਂ 23 ਸੀਟਾਂ ਹੈਗੀਆਂ, ਮੇਰਾ ਖਿਆਲ ਹੈ ਉੱਥੋਂ ਮੈਜੋਰਿਟੀ ਸੀਟਾਂ ਤਾਂ ਅਕਾਲੀ ਦਲ ਹੀ ਲਏਗਾ। ਇਸੇ ਤਰ੍ਹਾਂ ਮਾਝੇ ਦੇ ਵਿੱਚ ਜਿਹੜੀਆਂ ਰੂਰਲ ਸੀਟਾਂ ਹੈਗੀਆਂ, ਉਹਦੇ ਤੇ ਵੀ ਜ਼ਿਆਦਾਤਰ ਸੀਟਾਂ ਤੇ ਅਕਾਲੀ ਦਲ ਹੀ ਕਾਬਜ਼ ਹੋਏਗਾ। ਤੇ ਮੈਨੂੰ ਨਹੀਂ ਲੱਗਦਾ ਕਿ ਅਕਾਲੀ ਦਲ 25-30 ਸੀਟਾਂ ਤੋਂ ਘੱਟ ਲੈ ਵੀ ਸਕਦਾ। ਇਸ ਤਰ੍ਹਾਂ ਦੀ ਜਿਹੜੀ ਡੈਫੀਨਿਟਲੀ ਇਹ ਜਿਹੜਾ ਓਪੀਨੀਅਨ ਪੋਲ ਹੈ ਨਾ, ਉਹ ਰਿਐਲਿਟੀ ਨਾਲ ਮੈਚ ਨਹੀਂ ਖਾਂਦਾ ਮੇਰੇ ਹਿਸਾਬ ਨਾਲ। ਲੇਕਿਨ ਕਈ ਵਾਰੀ ਪ੍ਰੋਫੈਸਰ ਸਾਹਿਬ ਜਦੋਂ ਹਵਾ ਤੇਜ਼ ਚੱਲਦੀ ਹੈ ਤੇ ਉਹ ਕਈ ਕੁਝ ਉਡਾ ਕੇ ਵੀ ਲੈ ਜਾਂਦੀ। ਇਹ ਵੀ ਆਮ ਤੌਰ ਤੇ ਮੰਨਿਆ ਗਿਆ ਕਿ ਜਿਵੇਂ ਮਾਲਵੇ ਤੋਂ ਵੱਧਦੀ ਇਹ ਹਵਾ ਦੁਆਬੇ ਮਾਝੇ ਤੱਕ ਪਹੁੰਚੀ ਆ, ਇਸ ਵੇਲੇ ਉਹਨਾਂ ਦੇ ਬਹੁਤ ਸਾਰੇ ਕੈਂਡੀਡੇਟ ਜਿਹੜੇ ਤੀਜੇ ਚੌਥੇ ਨੰਬਰ ਤੇ ਫਾਈਟ ਕਰ ਰਹੇ ਸੀਗੇ। ਕਿਉਂਕਿ ਮੈਂ ਤਾਂ ਚੌਥੇ ਨੰਬਰ ਦੀ ਗੱਲ ਕਰਦਾ, ਕੋਈ ਆਬਜੈਕਟ ਕਰੇਗਾ ਚੌਥੇ ਨੰਬਰ ਤੇ, ਕਿਉਂਕਿ ਪਠਾਨਕੋਟ ਵਾਲੀ ਸਾਈਡ ਤੇ ਬੀਜੇਪੀ ਬੜੀ ਸਟਰੋਂਗ ਸੀਗੀ ਔਰ ਬੀਜੇਪੀ ਔਰ ਬਾਕੀ ਅਲਾਇੰਸ ਜਿਹੜੇ ਆ ਅੰਮ੍ਰਿਤਸਰ ਦੀਆਂ ਸੀਟਾਂ ਦੇ ਉੱਤੇ ਵੀ ਉਹਨਾਂ ਦਾ ਅਸਰ ਸੀਗਾ। ਮੇਰਾ ਮਤਲਬ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਲੜਾਈ ਤੀਜੇ ਚੌਥੇ ਸਥਾਨ ਲਈ ਸੀਗੀ, ਹੁਣ ਉਹ ਮੁੱਖ ਮੁਕਾਬਲੇ ਵਾਲਿਆਂ ਦੇ ਨਾਲ ਭਿੜ ਰਹੇ ਨੇ। ਕਿਤੇ ਕਾਂਗਰਸ ਨਾਲ ਮੁਕਾਬਲਾ, ਕਿਤੇ ਅਕਾਲੀ ਦਲ ਨਾਲ ਮੁਕਾਬਲਾ, ਮਾਝੇ 'ਚ ਵੀ। ਮੈਂ ਤਾਂ ਕਹਿ ਰਿਹਾ ਕਿ ਕਿਸੇ ਵੇਲੇ ਜੇ ਹਵਾ ਦਾ ਰੁਖ ਜਾਂ ਕੋਈ ਇੱਕ ਵੱਡਾ ਹੰਬਲਾ ਵੱਜ ਗਿਆ ਤਾਂ ਵੱਡੇ ਦਰਖਤ ਵੀ ਪੱਟੇ ਜਾ ਸਕਦੇ ਆ। ਮੈਂ ਹੋਰ ਇੱਕ ਗੱਲ ਕਹਿਣਾ ਕਿ
ਇਹ ਰੋਕੀ ਵੀ ਜਾ ਸਕਦੀ ਹੈ, ਕਿਉਂਕਿ ਤੁਹਾਨੂੰ ਯਾਦ ਹੋਵੇ, ਮੈਨੂੰ ਦੱਸ ਵੀ ਦਿਓ ਕਿ ਕਿੰਨੇ ਕੁ ਦਿਨ ਪਹਿਲਾਂ 2017 ਚ ਵੋਟਿੰਗ ਤੋਂ ਕਿੰਨੇ ਕੁ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੀ ਹਵਾ ਰੁਕ ਗਈ ਸੀ, ਕਿਉਂਕਿ ਉਦੋਂ ਗੱਲ ਹੋਣ ਲੱਗ ਪਈ ਸੀ ਕਿ ਹੁਣ ਉਹ ਗੱਲ ਨਹੀਂ ਰਹੀ, ਕਾਂਗਰਸ ਅੱਗੇ ਵਧ ਰਹੀ ਹੈ, ਉਹ ਵੀ ਦੱਸ ਦਿਓ। 2017 ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇਹ ਲਾਸਟ ਹਫਤੇ ਦੇ ਵਿੱਚ ਹੀ ਹੋਇਆ ਸੀ। ਅਖੀਰਲੇ ਹਫਤੇ ਦੇ ਵਿੱਚ ਇਹ ਸਾਰੀ ਸੀਕ੍ਰੇਟ ਅੰਡਰਸਟੈਂਡਿੰਗ ਹੋਈ ਸੀ। ਇਹ ਠੀਕ ਹੈ, ਆਪਾਂ ਨੂੰ ਤੁਸੀਂ ਗੱਲ ਸਹੀ ਕਹੀ ਹੈ ਕਿ ਆਮ ਆਦਮੀ ਪਾਰਟੀ ਦੀ ਇਸ ਵਾਰੀ ਹਵਾ, ਪਿਛਲੇ ਵਾਰੀ ਤਾਂ ਮਾਲਵੇ ਤੱਕ ਸੀ ਤੇ ਥੋੜੇ ਜਿਹੇ ਦੁਆਬੇ ਦੇ ਏਰੀਏ ਸੀ, ਇਸ ਵਾਰੀ ਮਾਝੇ ਤੱਕ ਵੀ ਹੈ। ਕਿਉਂਕਿ ਲੋਕ ਜਿਹੜੀ ਚੇਂਜ ਚਾਹੁੰਦੇ ਨੇ। ਜਦ ਤੱਕ ਤਾਂ ਦੋ ਪੋਲੀਟੀਕਲ ਪਾਰਟੀਆਂ ਰਹੀਆਂ, ਆਪਾਂ ਕਈ ਵਾਰੀ ਗੱਲ ਕਰ ਚੁੱਕੇ ਹਾਂ ਕਿ ਕਾਂਗਰਸ ਤੇ ਅਕਾਲੀ ਦਲ ਦੇ ਵਿੱਚ ਕੰਪੀਟੀਸ਼ਨ ਹੁੰਦਾ ਸੀ, ਲੋਕ ਇੱਕ ਤੋਂ ਤੰਗ ਆਉਂਦੇ ਸੀ ਤੇ ਦੂਸਰੇ ਨੂੰ ਜਿਤਾਉਂਦੇ ਸੀ। ਇੱਥੇ ਨੈਗੇਟਿਵ ਵੋਟਿੰਗ ਹੁੰਦੀ ਹੈ। ਤੁਸੀਂ ਵੀ ਕਈ ਵਾਰੀ ਡਿਬੇਟਸ ਦੇ ਵਿੱਚ ਆਪਾਂ ਗੱਲ ਕਰ ਚੁੱਕੇ ਹਾਂ ਕਿ ਜਿਹੜਾ ਪੰਜਾਬ ਦਾ ਵੋਟਰ ਨੈਗੇਟਿਵ ਵੋਟਿੰਗ ਦੇ ਵਿੱਚ ਵਿਸ਼ਵਾਸ ਕਰਦਾ ਹੈ। ਨਹੀਂ, ਇੱਕ ਪਾਰਟੀ ਨੂੰ ਜੇ ਰਿਜੈਕਟ ਕਰਨਾ, ਹਾਂ, ਉਹ ਕਿਸੇ ਨੂੰ ਜਿਤਾਉਂਦਾ, ਉਹ ਜਿਤਾ, ਹਾਂ, ਆਟੋਮੈਟਿਕਲੀ ਦੂਸਰੇ ਨੂੰ ਫਾਇਦਾ ਹੋ ਜਾਂਦਾ ਹੈ। ਮਤਲਬ ਉਹ ਜਿਤਾਉਂਦਾ ਨਹੀਂਗਾ, ਰੱਦ ਕਰਦਾ ਹੈ, ਰੱਦ ਕਰਨ ਚ ਯਕੀਨ ਰੱਖਦਾ ਵੀ ਜਦ ਤੈਨੂੰ ਟਿਕਾਣੇ ਲਾਉਣਾ। ਪਿਛਲੇ ਵਾਰੀ ਇਹ ਸੀ ਕਿ ਅਕਾਲੀ ਦਲ ਦੇ 10 ਸਾਲ ਦੇ ਮਿਸ ਰੂਲ ਤੋਂ ਲੋਕ ਤੰਗ ਸੀ, ਇਸ ਕਰਕੇ ਉਹਨਾਂ ਨੇ ਕਾਂਗਰਸ ਨੂੰ ਜਿਤਾਤਾ। ਕਾਂਗਰਸ ਹਜੇ ਬੜੀ ਦੇਰ ਤੋਂ ਅਜਮਾਈ ਨਹੀਂ ਸੀ, ਕਿਉਂਕਿ ਕਾਂਗਰਸ ਦੀ ਪਰਫਾਰਮੈਂਸ 2002 ਤੋਂ ਲੈ ਕੇ 2007 ਤੱਕ ਕਾਫੀ ਤਸੱਲੀ ਬਖਸ਼ ਸੀ ਅਮਰਿੰਦਰ ਸਿੰਘ ਦੇ ਅੰਡਰ। ਇਸ ਕਰਕੇ ਲੋਕਾਂ ਨੂੰ ਉਹੀ ਦਿਨ ਯਾਦ ਆਉਂਦੇ ਸੀ ਕਿ ਅਕਾਲੀਆਂ ਦਾ ਸਬਸਟੀਟਿਊਟ ਕਾਂਗਰਸ ਵੀ ਹੋ ਸਕਦਾ ਹੈ। ਕਾਂਗਰਸ ਦੀ ਬੜੀ ਅੱਛੀ ਪਰਫਾਰਮੈਂਸ ਸੀ ਪਿਛਲੇ ਵਾਰੀ, ਤਾਂ ਉਹਨਾਂ ਨੇ ਕਾਂਗਰਸ ਨੂੰ ਜਿਤਾਤਾ। ਪਰ ਇਸ ਵਾਰੀ ਕੀ ਹੈ ਕਿ ਉਹਨਾਂ ਨੇ 10 ਸਾਲ ਅਕਾਲੀ ਦਲ ਨੂੰ ਦੇਖ ਲਿਆ, ਅਕਾਲੀ ਬੀਜੇਪੀ ਨੂੰ, 5 ਸਾਲ ਕਾਂਗਰਸ ਨੂੰ ਦੇਖ ਲਿਆ, ਦੋਨਾਂ ਨੂੰ ਹੀ ਦੇਖ ਚੁੱਕੇ, ਦੋਨਾਂ ਤੋਂ ਤੰਗ ਆ ਚੁੱਕੇ। ਇਸ ਕਰਕੇ ਉਹ ਤੀਸਰੀ ਪਾਰਟੀ ਨੂੰ ਜਿਹੜਾ ਹੈ ਅਜਮਾਣਾ ਚਾਹੁੰਦੇ, ਇੱਕ ਮੌਕਾ ਦੇਣਾ ਚਾਹੁੰਦੇ ਹੈਗੇ। ਚਾਹੇ ਆਪਾਂ ਗੱਲ ਇਹ ਵੀ ਹੁੰਦੀ ਹੈ ਕਿ ਪਰਿਵਰਤਨ ਦੀ ਗੱਲ ਹੈ, ਪਰਿਵਰਤਨ ਵਾਲੀ ਤਾਂ ਕੋਈ ਗੱਲ ਨਹੀਂ, ਕਿਉਂਕਿ ਆਮ ਆਦਮੀ ਪਾਰਟੀ ਕੋਲੇ ਵੀ ਕੋਈ ਨਵੀਂ ਗੱਲ ਤਾਂ ਹੈ ਨਹੀਂ। ਉਹੀ ਪੁਰਾਣੀਆਂ ਗੱਲਾਂ ਤੇ ਗਰੰਟੀਆਂ, ਉਹੀ ਬਿਜਲੀ ਫ੍ਰੀ, ਲੇਡੀਜ਼ ਨੂੰ ਪੈਸੇ, ਇਹ ਸਾਰੀਆਂ ਪੁਰਾਣੀਆਂ ਹੀ ਗੱਲਾਂ ਹੈਗੀਆਂ। ਨਾਲੇ ਪ੍ਰੋਫੈਸਰ ਸਾਹਿਬ, ਉਹੀ ਦਿੱਲੀ ਮਾਡਲ, ਤੁਸੀਂ ਇੱਕ ਨਵੀਂ ਜਗ੍ਹਾ ਤੇ ਨਵੇਂ ਕਲਚਰ ਚ ਆ ਰਹੇ ਹੋ, ਕੋਈ ਪੰਜਾਬ ਦਾ ਮਾਡਲ ਪੇਸ਼ ਕਰੋ। ਆਫਟਰ ਆਲ ਤੁਸੀਂ ਦਿੱਲੀ ਚ ਆਏ ਸੀ, ਦਿੱਲੀ ਦਾ ਮਾਡਲ ਲੈ ਕੇ ਆਏ ਸੀ ਨਾ, ਦਿੱਲੀ ਚ ਆ ਕੁਝ ਕਰਾਂਗੇ। ਉਹ ਸ਼ਹਿਰੀ ਏਰੀਆ ਹੈ, ਆਪਣੀ ਤਰ੍ਹਾਂ ਦੀਆਂ ਲੋੜਾਂ ਨੇ, ਤਰ੍ਹਾਂ ਤਰ੍ਹਾਂ ਦਾ ਕਲਚਰ ਹੈ, ਵੱਖ-ਵੱਖ ਥਾਵਾਂ ਤੋਂ ਲੋਕ ਆਏ ਹੋਏ ਆ, ਰੁਜ਼ਗਾਰ ਲਈ ਆਏ ਆ, ਇੰਡਸਟਰੀ ਤਗੜੀ ਆ, ਉੱਥੇ ਸਾਰੀ ਲਗਭਗ ਦੇਸ਼ ਚੋਂ ਪੈਸਾ ਲੱਗਦਾ ਹੈ, ਉੱਥੇ ਟੈਕਸ ਜ਼ਿਆਦਾ ਨੇ, ਉਹ ਸਾਰੀਆਂ ਚੀਜ਼ਾਂ ਨੇ, ਲੋਕ ਜ਼ਿਆਦਾ ਸਰਕਾਰ ਨੂੰ ਪੇ ਵੀ ਕਰਦੇ ਆ, ਰੀਪੇ ਵੀ ਕਰਦੇ ਆ। ਮੈਨੂੰ ਇਹੀ ਨਹੀਂ ਸਮਝ ਆਈ ਕਿ ਜੇ ਤੁਸੀਂ ਪੰਜਾਬ ਦੇ ਵਿੱਚ ਆ ਕੇ ਲੜਨਾ ਹੈ ਤੇ ਖੜਨਾ ਹੈ ਪੰਜਾਬ ਨੂੰ, ਫਿਰ ਤੁਸੀਂ ਪੰਜਾਬ ਵਾਂਗ ਲਓ ਨਾ, ਤੁਸੀਂ ਦਿੱਲੀ ਦੀ ਤਸ਼ਬੀਹ ਨਾਲ ਪੰਜਾਬ ਨੂੰ ਕਿਉਂ ਅੱਗੇ ਵਧਾਉਂਦੇ ਹੋ? ਜੀ ਰੰਧਾਵਾ ਸਾਹਿਬ, ਬਿਲਕੁਲ ਠੀਕ ਹੈ ਕਿ ਦਿੱਲੀ 'ਚ ਤਾਂ ਪੈਸੇ ਦੀ ਕੋਈ ਪ੍ਰੋਬਲਮ ਹੀ ਨਹੀਂ, ਬਿਜ਼ਨਸ ਦਾ ਸੈਂਟਰ ਉਹ ਹੈ, ਸਿਰਫ ਨੈਸ਼ਨਲ ਕੈਪੀਟਲ ਨਹੀਂ ਬਲਕਿ ਇੰਟਰਨੈਸ਼ਨਲ ਕੈਪੀਟਲ ਹੈ। ਉੱਥੇ ਇਨਫਰਾਸਟ੍ਰਕਚਰ ਡਿਵੈਲਪ ਹੋਣਾ ਹੀ ਹੋਣਾ, ਕੋਈ ਸਰਕਾਰ ਹੋਵੇ। ਤੇ ਦਿੱਲੀ ਮਾਡਲ ਨੂੰ ਇੱਥੇ ਇੰਪਲੀਮੈਂਟ ਨਹੀਂ ਕੀਤਾ ਜਾ ਸਕਦਾ। ਪਹਿਲਾਂ ਇੱਕ ਵਾਰੀ ਗੁਜਰਾਤ ਮਾਡਲ ਨੇ, ਜਿਹੜਾ ਅਕਾਲੀ ਬੀਜੇਪੀ ਦੇ ਟਾਈਮ ਜੋ ਗੁਜਰਾਤ ਮਾਡਲ ਲੈ ਕੇ ਆਏ, ਉਹਨੇ ਇੰਪਲਾਈਜ਼ ਦਾ ਭੱਠਾ ਬਿਠਾਇਆ। ਇੰਪਲਾਈਜ਼ ਦਾ ਭੱਠਾ ਕਿਵੇਂ ਬਿਠਾਇਆ ਕਿ ਕੰਟਰੈਕਟ ਸਿਸਟਮ ਆ ਗਿਆ, ਰੈਗੂਲਰ ਨੌਕਰੀਆਂ ਦੀ ਜਗ੍ਹਾ ਕੰਟਰੈਕਟ ਸਿਸਟਮ ਦੀਆਂ ਆ ਗਈਆਂ, ਆਊਟਸੋਰਸਿੰਗ ਆ ਗਈ, ਪੁਰਾਣੀ ਪੈਨਸ਼ਨ ਦੀ ਜਗ੍ਹਾ ਨਵੀਂ ਪੈਨਸ਼ਨ ਆ ਗਈ। ਤਾਂ ਕਿਸੇ ਵੀ ਦੂਸਰੀ ਸਟੇਟ ਦਾ ਮਾਡਲ ਪੰਜਾਬ ਵਾਸਤੇ ਇਹ ਕਹਿਣਾ ਕਿ ਇਹ ਮਾਡਲ ਠੀਕ ਹੈ, ਇਹ ਗੱਲ ਵਾਜਬ ਨਹੀਂ ਹੈ। ਪੰਜਾਬ ਦਾ ਤਾਂ ਆਪਣਾ ਹੀ ਮਾਡਲ ਹੋਣਾ ਚਾਹੀਦਾ ਹੈ। ਇਹ ਸਾਰੀਆਂ ਗੱਲਾਂ ਤਾਂ ਚੇਂਜ ਵਾਲੀ ਤਾਂ ਕੋਈ ਗੱਲ ਹੀ ਨਹੀਂ। ਈਵਨ ਲੀਡਰਸ਼ਿਪ ਦੀ ਜੇ ਆਪਾਂ ਗੱਲ ਕਰ ਲਈਏ ਕਿ ਕਿਹੜੇ ਲੀਡਰਸ ਦੇ ਥਰੂ ਆਮ ਆਦਮੀ ਪਾਰਟੀ ਚੇਂਜ ਲਿਆਉਣਾ ਚਾਹੁੰਦੀ ਹੈ, ਜ਼ਿਆਦਾ ਤਾਂ ਜਿਹੜੇ ਲੋਕ ਹੈਗੇ ਜਿਹੜੇ ਇਲੈਕਸ਼ਨ ਲੜ ਰਹੇ ਹਨ, ਤਕਰੀਬਨ ਅੱਧੇ ਕੈਂਡੀਡੇਟ ਐਸੇ ਹੈਗੇ ਆਮ ਆਦਮੀ ਪਾਰਟੀ ਦੇ ਜਿਹੜੇ ਦੂਸਰੀਆਂ ਪੋਲੀਟੀਕਲ ਪਾਰਟੀਆਂ ਤੋਂ ਡਿਫੈਕਟ ਹੋ ਕੇ ਆਏ ਹੈਗੇ। ਔਰ ਮੈਂ ਇੱਕ ਨਜ਼ਰ ਮਾਰੀ ਇਹਨਾਂ ਦੇ ਕੈਂਡੀਡੇਟਸ ਤੇ, ਸਿਰਫ 29 ਕੈਂਡੀਡੇਟ ਹੈਗੇ ਜਿਹੜੇ ਪਿਛਲੇ ਵਾਰੀ ਵੀ ਕੈਂਡੀਡੇਟ ਸੀ, ਕਿਉਂਕਿ ਪਿਛਲੇ ਵਾਰੀ ਚੇਂਜ ਵਾਲੀ ਗੱਲ ਨੂੰ ਇਹ ਰਿਪਰੈਜ਼ੈਂਟ ਕਰਦੀ ਸੀ। ਤੇ ਚੇਂਜ ਵਾਲੀ ਗੱਲ ਦੇ ਵਿੱਚੋਂ ਤਾਂ 29 ਕੈਂਡੀਡੇਟ ਹੈਗੇ, 25%, 75% ਤਾਂ ਇਧਰੋਂ ਉਧਰੋਂ ਜੋੜੇ ਹੋਏ ਨੇ। ਕਹਿੰਦੇ ਕਹੀਂ ਕੀ ਈਟ ਕਹੀਂ ਕਾ ਰੋੜਾ, ਭਾਗਵਤੀ ਨੇ ਕੁਨਬਾ ਜੋੜਾ।
ਤਾਂ ਐਸੇ ਕੁਨਬੇ ਦੇ ਥਰੂ ਤੁਸੀਂ ਕਿਹੜੀ ਚੇਂਜ ਲੈ ਕੇ ਆਉਣਾ ਚਾਹੁੰਦੇ ਹੋ? ਸਿਰਫ ਚੇਂਜ ਦੀ ਗੱਲ ਹੈ ਕਿ ਚੇਂਜ ਆਫ ਪੋਲੀਟੀਕਲ ਪਾਰਟੀ। ਲੋਕ ਪੋਲੀਟੀਕਲ ਪਾਰਟੀ ਦੀ ਚੇਂਜ ਦੇਖ ਰਹੇ ਹਨ ਕਿ ਕਾਂਗਰਸ, ਅਸੀਂ ਅਕਾਲੀ ਦਲ ਨੂੰ 10 ਸਾਲ ਅਜਮਾ ਲਿਆ, ਚਾਹੇ ਇਹ ਵੀ ਗੱਲ ਸਾਰੇ ਆਪਾਂ ਨੂੰ ਪਤਾ ਹੀ ਹੈ ਕਿ ਅਕਾਲੀ ਦਲ ਦੇ ਟਾਈਮ ਵਿਕਾਸ ਕਾਫੀ ਹੋਇਆ, ਅਕਾਲੀ ਦਲ ਦੇ ਟਾਈਮ ਇਨਫਰਾਸਟ੍ਰਕਚਰ ਵੀ ਡਿਵੈਲਪ ਹੋਇਆ, ਅਕਾਲੀ ਦਲ ਦੇ ਟਾਈਮ ਸੋਸ਼ਲ ਵੈਲਫੇਅਰ ਸਕੀਮ ਜਿਹੜੀਆਂ ਹੈਗੀਆਂ ਉਹ ਬੜੀਆਂ ਮਤਲਬ ਅੱਛੀ ਤਰ੍ਹਾਂ ਚੱਲੀਆਂ ਹੈਗੀਆਂ, ਸੁਵਿਧਾ ਸੈਂਟਰ ਚੱਲੇ ਨੇ, ਹੋਰ ਬੜੇ ਕੰਮ ਹੋਏ ਨੇ। ਲੇਕਿਨ ਜੋ ਉਹਨਾਂ ਦੀ ਪ੍ਰੋਬਲਮ ਹੋਈ ਕਿ ਮਾਫੀਆ ਰਾਜ, ਡਰੱਗਸ, ਹੋਰ ਕਈ ਗੱਲਾਂ, ਬੇਅਦਬੀ, ਇਹ ਗੱਲਾਂ ਉਹਨਾਂ ਦੇ ਨਾਲ ਜਿਹੜੀਆਂ ਜੁੜ ਗਈਆਂ, ਉਹਨਾਂ ਦਾ ਪਿੱਛਾ ਨਹੀਂ ਛੱਡ ਰਹੀਆਂ। ਨਹੀਂ, ਉਹ ਕੁਦਰਤੀ ਕਾਂਗਰਸ ਦੀ ਨਾਨ ਹੈ। ਪਰਫਾਰਮੈਂਸ, ਪਾਵਰ ਦਾ ਕੇਂਦਰੀਕਰਨ ਸੀ ਇੱਕੋ ਪਰਿਵਾਰ ਕੋਲੇ, ਇੱਕੋ ਤਰ੍ਹਾਂ ਦੇ ਜੀਆਂ ਬਿਲਕੁਲ, ਕੋਲੇ। ਫਿਰ ਹਾਂਜੀ, ਪੰਜਾਬ ਦੇ ਵਿੱਚ ਪਰਚਾ ਕਲਚਰ ਦਾ ਵਧਣਾ, ਲੋਕਾਂ ਦਾ ਇੱਕ ਤਰ੍ਹਾਂ ਨਾਲ ਜਿਹੜਾ ਵਾ ਇਹ ਮਹਿਸੂਸ ਕਰਨ ਲੱਗ ਜਾਣਾ, ਬੇਗਾਨਗੀ ਦੀ ਭਾਵਨਾ ਆ ਗਈ। ਸਾਰੇ ਵਿਕਾਸ ਦੇ ਬਿਲਕੁਲ, ਬਾਵਜੂਦ ਇਸ ਖਿੱਤੇ ਦੇ ਵਿੱਚ ਬਾਹੂਬਲੀ ਵਰਗੀ ਇੱਕ ਰਾਜਨੀਤੀ ਹੋਣ ਲੱਗੀ। ਉਹਨਾਂ ਸਾਰੀਆਂ ਚੀਜ਼ਾਂ ਤੋਂ ਲੋਕ ਉਕਤਾਏ ਸੀ। ਤੁਸੀਂ ਗੱਲ ਕਾਂਗਰਸ ਦੀ ਕਰ ਰਹੇ ਜੀ। ਹਾਂਜੀ। ਕਾਂਗਰਸ ਦੀ ਜਿਹੜੀ ਨਾਨ ਪਰਫਾਰਮੈਂਸ ਦੀ ਗੱਲ ਹੈ ਕਿ 4.5 ਸਾਲ ਤੱਕ ਕੈਪਟਨ ਅਮਰਿੰਦਰ ਸਿੰਘ ਰਹੇ, ਉਹਨਾਂ ਨੇ ਕੋਈ ਪਰਫਾਰਮੈਂਸ ਨਹੀਂ ਦਿਖਾਈ। ਉਸ ਤੋਂ ਬਾਅਦ ਬਿਲਕੁਲ ਲਾਸਟ 3 ਮਹੀਨੇ ਦੇ ਵਿੱਚ ਆ ਕੇ ਚੀਫ ਮਿਨਿਸਟਰ ਚੇਂਜ ਹੋ ਜਾਂਦਾ, ਚਰਨਜੀਤ ਸਿੰਘ ਚੰਨੀ ਬਣ ਜਾਂਦੇ ਨੇ। ਚਾਹੇ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਕਈ ਐਲਾਨ ਕੀਤੇ, ਕਈ ਫੈਸਲੇ ਲਿੱਤੇ, ਪਰ ਉਹ ਫੈਸਲੇ ਸਿਰੇ ਨਹੀਂ ਚੜ੍ਹ ਪਾਏ। ਆਪਾਂ ਨੂੰ ਪਤਾ ਹੀ ਹੈ ਕਿ ਆਮ ਤੌਰ ਤੇ ਇਹ ਹੁੰਦਾ ਹੈ ਕਿ ਪਿਛਲੇ 6 ਮਹੀਨੇ ਦੇ ਵਿੱਚ ਜਿਹੜੀ ਬਿਊਰੋਕ੍ਰੇਸੀ ਹੈ, ਜਿਹਨੇ ਫੈਸਲਿਆਂ ਨੂੰ ਸਰਕਾਰ ਦਿਆਂ ਨੂੰ ਇੰਪਲੀਮੈਂਟ ਕਰਨਾ ਹੁੰਦਾ ਹੈ, ਉਹ ਕੋਈ ਸਰਕਾਰ ਨੂੰ ਸੀਰੀਅਸਲੀ ਨਹੀਂ ਲੈਂਦੀ ਹੁੰਦੀ। ਉਹ ਸਰਕਾਰ ਦਾ ਹਰ ਇੱਕ ਫੈਸਲਾ ਨਹੀਂ ਮੰਨਦੀ, ਆਪਣੇ ਹਿਸਾਬ ਨਾਲ ਉਹਨੂੰ ਇੰਪਲੀਮੈਂਟ ਕਰਦੀ ਹੈ। ਇਸ ਕਰਕੇ ਉਹ ਫੈਸਲੇ ਇੰਪਲੀਮੈਂਟ ਨਹੀਂ ਹੋਏ ਤੇ ਉਹਦਾ ਵੀ ਕ੍ਰੈਡਿਟ ਨਹੀਂ ਮਿਲ ਰਿਹਾ। ਤੇ ਉਸ ਤੋਂ ਬਾਅਦ ਜਿਹੜੀ ਈਡੀ ਦੀ ਰੇਡ ਹੋਈ ਹੈ ਉਹਨਾਂ ਦੇ ਭਤੀਜੇ ਤੇ, ਹਨੀ ਤੇ, ਉਹਦੇ ਵਿੱਚ ਜਿਹੜਾ ਕਰਪਸ਼ਨ ਦਾ, ਇਹ ਸਾਰੀਆਂ ਗੱਲਾਂ, ਔਰ ਕਾਂਗਰਸ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਲੀਡਰਸ਼ਿਪ ਦੇ ਵਿੱਚ ਕਲੈਸ਼ ਹੈਗੇ, ਹਰ ਇੱਕ ਲੀਡਰ ਆਪਣੇ ਪਾਸੇ ਨੂੰ ਤੁਰਿਆ ਫਿਰਦਾ ਹੈ, ਕੋਈ ਉਹਨਾਂ ਦੇ ਇੱਕ ਪੇਜ ਤੇ ਨਹੀਂ ਹੈਗੇ। ਔਰ ਅੱਧੀਆਂ ਤੋਂ ਜ਼ਿਆਦਾ ਕੌਂਸਟੀਚੁਐਂਸੀਜ਼ ਐਸੀਆਂ ਹੈਗੀਆਂ ਜਿਨ੍ਹਾਂ ਦੇ ਵਿੱਚ ਬਾਗੀ ਉਮੀਦਵਾਰ ਖੜੇ ਹੈਗੇ। ਕਾਂਗਰਸ ਦੀਆਂ ਬਹੁਤ ਪ੍ਰੋਬਲਮਸ ਹੈਗੀਆਂ, ਔਰ ਦਿਨ ਬ ਦਿਨ ਤਾਂ ਹੀ ਕਾਂਗਰਸ ਜਿਹੜੀ ਹੈ ਉਹ ਡਾਊਨ ਆਉਂਦੀ ਜਾ ਰਹੀ ਹੈ, ਉਹਦਾ ਪੋਪੂਲੈਰਿਟੀ ਗ੍ਰਾਫ ਗਿਰਦਾ ਜਾ ਰਿਹਾ ਹੈ। ਤਾਂ ਹੀ ਆਪਾਂ ਕਹਿੰਦੇ ਹਾਂ ਕਿ ਜਿਹੜੇ ਸਰਵੇ ਕਾਂਗਰਸ ਨੂੰ ਨੰਬਰ 2 ਤੇ ਦਿਖਾ ਰਹੇ ਹੈਗੇ, ਮੇਰਾ ਖਿਆਲ ਹੈ ਉਹ ਰਿਐਲਿਟੀ ਦੇ ਨਾਲ ਮੈਚ ਨਹੀਂ ਕਰਦੇ, ਜਾਂ ਉਹਨਾਂ ਦੇ ਇਹ ਸਰਵੇ ਕਾਫੀ ਪੁਰਾਣੀ ਡੇਟ ਦੇ ਹੈਗੇ। ਅੱਜ ਹਾਲਾਤ ਬਿਲਕੁਲ ਕਾਂਗਰਸ ਵਾਸਤੇ ਚੇਂਜ ਹੋ ਚੁੱਕੇ ਹੈਗੇ। ਮੈਨੂੰ ਲੱਗਦਾ ਹੈ ਕਿ ਕਾਂਗਰਸ ਜਿਹੜੀ ਨੰਬਰ 3 ਤੇ ਆਏਗੀ, ਨੰਬਰ 2 ਤੇ ਨਹੀਂ ਆਣੀ ਜੀ। ਨੰਬਰ 2 ਤੇ ਅਕਾਲੀ ਦਲ ਨੇ ਜਿਹੜਾ ਹੈ, ਅਕਾਲੀ ਦਲ ਫੇਰ ਵੀ ਥੋੜਾ ਜਿਹਾ ਇੰਪਰੂਵ ਕਰ ਰਿਹਾ ਹੈ, ਅਕਾਲੀ ਬੀਐਸਪੀ। ਆਪਾਂ ਸਿਰਫ ਗੱਲ ਕਰਦੇ ਹਾਂ ਕਾਂਗਰਸ ਦੇ ਮੁਕਾਬਲੇ ਦੇ ਵਿੱਚ। ਜੀ 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 ਜੀ। ਤੇ ਕਾਂਗਰਸ ਨੂੰ ਇੰਨਾ ਉੱਪਰ ਜਿਹੜਾ ਰੱਖ ਰਿਹਾ ਨਾ ਸਰਵੇ, ਉਹ ਮੈਨੂੰ ਲੱਗਦਾ ਗਰਾਊਂਡ ਰਿਐਲਿਟੀ ਦੇ ਨਾਲ ਮੈਚ ਨਹੀਂ ਕਰ ਰਿਹਾ। ਔਰ ਅਕਾਲੀ ਦਲ ਦੀ ਪੋਜੀਸ਼ਨ ਜਿਹੜੀ ਕਾਂਗਰਸ ਦੀ ਬਨਿਸਬਤ ਉਹ ਇੰਪਰੂਵ ਹੋ ਰਹੀ ਹੈ। ਲੇਕਿਨ ਇੱਕ ਕਾਂਸਟੈਂਟ ਫੈਕਟਰ ਜ਼ਰੂਰ ਹੈ ਸ਼ੁਰੂ ਤੋਂ ਲੈ ਕੇ ਅਖੀਰ ਤੱਕ, ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਲੀਡਿੰਗ ਪੋਜੀਸ਼ਨ ਦੇ ਵਿੱਚ ਹੈ, ਉਹਦੀ ਸਿੰਗਲ ਲਾਰਜੈਸਟ ਰਹਿੰਦੀ ਹੈ, ਮੈਜੋਰਿਟੀ ਆਉਂਦੀ ਹੈ, ਜਾਂ ਲਾਸਟ ਦੇ ਵਿੱਚ ਪਾਰਟੀਆਂ ਦੇ ਵਿੱਚ ਆਪਸੀ ਸੀਕ੍ਰੇਟ ਅੰਡਰਸਟੈਂਡਿੰਗ ਦੇ ਨਾਲ ਇਹ ਡਾਊਨ ਆ ਜਾਂਦੀ ਹੈ। ਇਹ ਹਜੇ ਦੇਖਣ ਵਾਲੀ ਗੱਲ ਹੈ, ਕਿਉਂਕਿ ਲਾਸਟ ਦਿਨਾਂ ਦੇ ਵਿੱਚ ਬਹੁਤ ਕੁਝ ਹੁੰਦਾ ਹੈ ਪੋਲੀਟੀਕਲ ਪਾਰਟੀਆਂ ਦੇ ਵਿੱਚ, ਔਰ ਇਹ ਆਲਰੇਡੀ ਜਿਹੜਾ ਹੈ ਪ੍ਰੋਸੈਸ ਚੱਲਿਆ ਹੋਇਆ। ਮੈਨੂੰ ਪਤਾ ਹੈ ਕਿ ਬੀਜੇਪੀ ਦੇ ਬਹੁਤ ਸਾਰੇ ਜਿਹੜੇ ਹੈਗੇ ਬਾਹਰੋਂ ਵਰਕਰ, ਉਹ ਵੀ ਪੰਜਾਬ ਦੇ ਵਿੱਚ ਆ ਕੇ ਕਿਆਮ ਕਰ ਰਹੇ ਨੇ। ਮੈਂ ਇੱਕ ਉਹਨਾਂ ਦੀ ਸਟੇਜ ਤੋਂ ਸੁਣਿਆ, ਮੈਂ ਥੋੜਾ ਜਿਹਾ ਗਿਆ ਸੀ, ਮੈਂ ਕਿਹਾ ਚਲੋ ਜਾ ਕੇ ਦੇਖੀਏ ਕੀ ਹਾਲਾਤ ਹੈਗੇ। ਤੇ ਉੱਥੇ ਇਹ ਗੱਲ ਚੱਲ ਰਹੀ ਸੀ ਬੀਜੇਪੀ ਸਰਕਲ ਦੇ ਵਿੱਚ ਕਿ ਸਾਡੇ ਜਿਹੜੇ ਹੈਗੇ ਬਾਹਰੋਂ ਬਹੁਤ ਸਾਰੇ ਵਰਕਰ ਆ ਕੇ ਪੰਜਾਬ ਦੇ ਵਿੱਚ ਕਿਆਮ ਕਰਨਗੇ, ਔਰ ਕੱਲੇ ਬੰਦੇ ਦੇ ਕੱਲੇ ਦੇ ਘਰ ਜਾ ਕੇ ਡੋਰ ਟੂ ਡੋਰ ਕਨਵੈਂਸਿੰਗ ਕਰਨਗੇ ਕਿ ਬੀਜੇਪੀ ਨੂੰ ਜਿਹੜਾ ਹੈ ਉਹ ਵੋਟ ਪਾਓ ਤੇ ਇਹਦੀ ਮਦਦ ਕਰੋ, ਤਾਂ ਕਿ ਇਹ ਪੰਜਾਬ ਨੂੰ ਸੁਧਾਰਿਆ ਜਾ ਸਕੇ, ਨਵਾਂ ਪੰਜਾਬ ਜਿਹੜਾ ਹੈ ਬਿਲਟ ਕੀਤਾ ਜਾ ਸਕੇ। ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖਣਾ ਕਿ ਬੀਜੇਪੀ ਵੀ ਗੇਨ ਕਰੇਗੀ ਥੋੜਾ ਜਿਹਾ, ਅਕਾਲੀ ਦਲ ਵੀ ਗੇਨ ਕਰੇਗਾ, ਕਾਂਗਰਸ ਡਾਊਨ ਆਏਗੀ। ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਵੀ ਇਹ
ਜਿਹੜੇ ਦੋ ਕੰਬੀਨੇਸ਼ਨ ਹੈਗੇ ਮਿਲ ਕੇ ਉਹ ਕਿਸੇ ਨਾ ਕਿਸੇ ਤਰ੍ਹਾਂ ਕਾਊਂਟਰ ਕਰਕੇ ਇਹਦੀ ਪੋਪੂਲੈਰਿਟੀ ਗ੍ਰਾਫ ਨੂੰ ਨੀਚੇ ਲਿਆਉਣ ਦੀ ਕੋਸ਼ਿਸ਼ ਕਰਨ, ਐਟ ਲੀਸਟ ਕੁਝ ਕੌਂਸਟੀਚੁਐਂਸੀਜ਼ ਨੂੰ ਜਿਹੜਾ ਹੈਗਾ ਉਹ ਟਾਰਗੇਟ ਕਰਕੇ ਇਹ ਕੰਮ ਕੀਤਾ ਜਾ ਸਕਦਾ ਹੈ। ਉਹ ਲਾਸਟ ਟਾਈਮ ਵਾਲੀ 2017 ਵਾਲੀ ਗੱਲ ਫਿਰ ਵੀ ਰਿਪੀਟ ਹੋ ਸਕਦੀ ਹੈ। ਜੀ ਇਹ ਬਿਲਕੁਲ, ਜਿਹੜਾ ਹੈ ਇਹ ਬੜਾ ਤੁਸੀਂ ਅਹਿਮ ਸਵਾਲ ਰੱਖਤਾ ਹੈ ਸਾਰਿਆਂ ਦੇ ਅੱਗੇ। ਪਰ ਇੱਕ ਬਹੁਤ ਵੱਡਾ ਸਵਾਲ ਇਹ ਵੀ ਉੱਠ ਖੜਾ ਹੁੰਦਾ ਹੈ ਕਿ ਜਦੋਂ ਲੋਕ ਰੱਦ ਕਰਨ ਤੇ ਆਉਂਦੇ ਆ ਤੇ ਫਿਰ ਉਹ ਭੁੱਲ ਜਾਂਦੇ ਆ ਕਿ ਸਾਹਮਣੇ ਅਕਾਲੀ ਨੇ, ਕਾਂਗਰਸੀ ਨੇ, ਆਮ ਆਦਮੀ ਪਾਰਟੀ ਵਾਲੇ ਨੇ, ਬੀਜੇਪੀ ਵਾਲੇ, ਬਸਪਾ ਵਾਲੇ ਜਾਂ ਕੋਈ ਹੋਰ ਨੇ। ਮੈਨੂੰ ਲੱਗਦਾ ਕਿ ਅਜੇ ਤੱਕ ਜਿਹੜੀ ਹਵਾ ਹੈ ਉਹ ਠੱਲੀ ਜਾਣ ਵਾਲੀ ਨਹੀਂ ਗੀ। ਸੀਨਾ ਬਸੀਨਾ ਗੱਲ ਅੱਗੇ ਵੱਧਦੀ ਜਾ ਰਹੀ ਹੈ। ਔਰ ਜਿਹੜੇ ਖਾਸ ਤੌਰ ਤੇ ਇਸ ਤਰ੍ਹਾਂ ਦੇ ਓਪੀਨੀਅਨ ਪੋਲ, ਅਖਬਾਰਾਂ ਦੀਆਂ ਖਬਰਾਂ, ਇਹ ਸਾਡੀਆਂ ਬਹਿਸਾਂ, ਸਾਰੇ ਹੀ ਜਿੰਨੇ ਚੈਨਲ ਹੈਗੇ ਆ, ਜਿੰਨੇ ਵੀ ਸੋਸ਼ਲ ਮੀਡੀਆ ਸਮੇਤ ਮੇਨ ਸਟ੍ਰੀਮ ਦੇ ਸਾਰੇ ਲੋਕ ਆ, ਇਹਨਾਂ ਸਾਰੀਆਂ ਚਰਚਾਵਾਂ ਦੇ ਵਿੱਚੋਂ ਗੱਲ ਅੱਗੇ ਵੱਧਦੀ ਜਾ ਰਹੀ ਆ। ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਟ੍ਰੈਂਡ ਹੈਗੇ ਆ ਇਹ ਰੁਕਦੇ ਆ ਕਿਤੇ। ਜਿਵੇਂ ਪ੍ਰੋਫੈਸਰ ਸਾਹਿਬ ਨੇ ਕਿਹਾ, ਜੁਗਾੜਬੰਦੀਆਂ, ਤੀਰ ਤੁੱਕੇ, ਕਈ ਚੀਜ਼ਾਂ ਐਸੀਆਂ ਵਿੱਚ ਆ ਜਾਂਦੀਆਂ। ਕਈ ਵਾਰੀ ਇੱਕ ਪਾਰਟੀ ਦਾ ਨਿਗਾਰ ਦੂਜੀ ਨੂੰ ਵੀ ਲੈ ਕੇ ਬਹਿ ਜਾਂਦਾ। ਇਹ ਵੀ ਆਮ ਸਰਕਲਾਂ ਦੇ ਵਿੱਚ ਗੱਲ ਚੱਲਦੀ ਆ ਕਿ ਕਾਂਗਰਸ ਦਾ ਡਿੱਗਣਾ ਅਕਾਲੀ ਦਲ ਲਈ ਵੀ ਘਾਤਕ ਸਿੱਧ ਹੋ ਰਿਹਾ, ਕਿਉਂਕਿ ਜਿਹੜੀ ਲੋਕ ਇੱਕ ਉਮੀਦ ਕਰ ਰਹੇ ਸੀਗੇ ਬਦਲਾਅ ਦੀ, ਥੋੜੀ ਬਹੁਤੀ ਨਵਜੋਤ ਸਿੰਘ ਸਿੱਧੂ ਦੇ ਰੂਪ ਚ ਉਹਨਾਂ ਨੂੰ ਇੱਕ ਚਿਹਰਾ ਦਿਸ ਰਿਹਾ ਸੀ ਕਿ ਇਹ ਵੀ ਇੱਕ ਬਦਲਾਅ ਵਾਲਾ ਹੀ ਚਿਹਰਾ ਹੈ, ਉਹਦੇ ਡਿੱਗਣ ਨਾਲ ਰਵਾਇਤੀ ਪਾਰਟੀਆਂ ਵੱਲ ਮੋਹ ਭੰਗ ਹੋਇਆ। ਤੇ ਜਦੋਂ ਮੋਹ ਭੰਗ ਹੁੰਦਾ, ਰਵਾਇਤ ਹੀ ਆ, ਉਹ ਭਾਵੇਂ ਕਿਸੇ ਵੀ ਰੂਪ ਚ ਪੇਸ਼ ਹੋਵੇ, ਫਿਰ ਲੋਕ ਰੱਦ ਕਰਨ ਵੱਲ ਤੁਰ ਪੈਂਦੇ ਆ। ਹੁਣ ਵੇਖਣਾ ਹੋਊਗਾ ਕਿ ਜਿਹੜੀ ਤਰਦੀ ਵੋਟ ਹੁੰਦੀ ਹੈ, ਜਿਹੜੀ ਹਵਾ ਦੇ ਰੁਖ ਨਾਲ ਬਣਦੀ ਆ, ਉਹ ਕਿੰਨੀ ਕੁ ਜਿਹੜੀ ਆ ਸਟ੍ਰੀਕ ਢੰਗ ਨਾਲ ਆਮ ਆਦਮੀ ਪਾਰਟੀ ਉਹਨੂੰ ਬੂਥਾਂ ਤੱਕ ਲਿਜਾ ਕੇ ਤੇ ਜਿਹੜੀ ਮਤ ਪੇਟੀਆਂ ਉਹਨਾਂ ਤੱਕ ਲੈ ਜਾਂਦੀ ਆ। ਉਸ ਬਟਨ ਤੱਕ ਜਾਣ ਤੋਂ ਪਹਿਲਾਂ ਬਹੁਤ ਕੁਝ ਜਿਹੜਾ ਉਹ ਸ਼ੱਕ ਦੇ ਘੇਰੇ 'ਚ ਹੁੰਦਾ ਹੈ। ਇੱਕ ਗੱਲ ਆਪਾਂ ਛੱਡ ਕੇ ਉਹਨੂੰ ਬਾਅਦ 'ਚ ਕਰ ਲਾਂਗੇ ਪ੍ਰੋਫੈਸਰ ਸਾਹਿਬ, ਕਿ ਅਜੇ ਵੀ ਕਾਂਗਰਸ ਨੂੰ ਕਿਤੇ ਇਹ ਲੱਗਦਾ ਹੈ ਕਿ ਚੰਨੀ ਦੇ ਚਿਹਰੇ ਨਾਲ ਅਨੁਸੂਚਿਤ ਜਾਤੀਆਂ ਦੀ, ਪਛੜੀਆਂ ਸ਼੍ਰੇਣੀਆਂ ਦੀ ਵੋਟ ਸਾਨੂੰ ਇਕੱਠੇ ਤੌਰ ਤੇ ਪਏਗੀ। ਇਹਦੇ ਉੱਤੇ ਇੱਕ ਟਿੱਪਣੀ ਬਸ ਜਾਂਦੇ ਦੇ। ਉਹਦੇ 'ਚ ਦੇਖੋ, ਕਾਂਗਰਸ ਨੇ ਬਹੁਤ ਬੜਾ ਕਾਰਡ ਖੇਲਿਆ ਹੈ ਕਿ ਲਾਰਜੈਸਟ ਸੈਕਸ਼ਨ ਹੈ ਪੰਜਾਬ ਦੀ ਸੁਸਾਇਟੀ ਦਾ, ਕਿ ਸ਼ਾਇਦ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਪ੍ਰੋਜੈਕਟ ਕਰਕੇ ਉਹਨਾਂ ਨੂੰ ਇਸ ਸੈਕਸ਼ਨ ਦੀਆਂ ਵੋਟਾਂ ਮਿਲ ਜਾਣ। ਲੇਕਿਨ ਇਹ ਕਾਊਂਟਰ ਪ੍ਰੋਡਕਟਿਵ ਵੀ ਹੋ ਸਕਦਾ ਹੈ ਕਿ ਬਾਕੀ ਜਿਹੜੀਆਂ ਕਾਸਟਾਂ ਹੈਗੀਆਂ ਉਹ ਵੀ ਐਲੀਨੇਟ ਹੋ ਸਕਦੀਆਂ ਹੈਗੀਆਂ। ਆਪਾਂ ਨੂੰ ਪਤਾ ਹੈ ਕਿ ਜਦ ਤੁਸੀਂ ਇੱਕ ਕਾਸਟ ਨੂੰ, ਜੇ ਤਾਂ ਤੁਸੀਂ ਕਿਸੇ ਵੀ ਵਿਅਕਤੀ ਨੂੰ, ਚਾਹੇ ਚਰਨਜੀਤ ਸਿੰਘ ਚੰਨੀ ਹੀ ਹੋਵੇ, ਜੇ ਕਾਬਲੀਅਤ ਦੇ ਬੇਸ ਤੇ ਬਣਾਵੋ ਤਾਂ ਦੂਸਰੀ ਗੱਲ ਹੈ। ਲੇਕਿਨ ਜਦ ਤੁਸੀਂ ਕਾਸਟ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪੋਲੀਟੀਕਲ ਉਹਦੇ ਕ੍ਰੈਡਿਟ ਲੈਣ ਵਾਸਤੇ ਇੱਕ ਬੰਦੇ ਨੂੰ ਅੱਗੇ ਕਰਦੇ ਹੋ, ਤਾਂ ਦੂਸਰੀਆਂ ਕਾਸਟਾਂ ਦਾ ਰਿਐਕਸ਼ਨ ਵੀ ਸਾਹਮਣੇ ਆ ਸਕਦਾ ਹੈ। ਦੂਸਰੀਆਂ ਪਾਰਟੀਆਂ ਵੀ ਇਕੱਠੀਆਂ ਹੋ ਸਕਦੀਆਂ, ਤੇ ਇਹ ਵੀ ਹੋ ਸਕਦਾ ਜੱਟ ਸਿੱਖ ਜਿਹੜਾ ਵੋਟਰ ਹੈ ਪੰਜਾਬ ਕਾਂਗਰਸ ਦੇ ਨਾਲ, ਪੰਜਾਬ ਦੇ ਨਾਲ ਲਾਰਜ ਸੈਕਸ਼ਨ ਦੇ ਵਿੱਚ ਜਾਂ ਲਾਰਜ ਨੰਬਰ ਦੇ ਵਿੱਚ ਉਹ ਐਲੀਨੇਟ ਹੋ ਜਾਵੇ। ਇਹਦਾ ਇਹ ਵੀ ਇੱਕ ਹੋ ਸਕਦਾ ਨਾ ਕਿ ਜਦ ਇੱਕ ਕਾਸਟ ਇਕੱਠੀ ਹੁੰਦੀ ਹੈ ਤਾਂ ਉਹਦੇ ਕਾਊਂਟਰ ਦੇ ਵਿੱਚ ਦੂਸਰੀ ਵੀ ਹੋ ਸਕਦੀ ਹੈ। ਇਹ ਨਾ ਹੋਵੇ ਕਿ ਇੱਕ ਸੈਕਸ਼ਨ ਦੀਆਂ ਵੋਟਾਂ ਲੰਦੇ ਦੂਸਰੇ ਸੈਕਸ਼ਨਾਂ ਦੀਆਂ ਵੋਟਾਂ ਨੂੰ ਗਵਾ ਬੈਠਣ, ਜਾਂ ਉਹ ਉਨੀ ਪ੍ਰਪੋਰਸ਼ਨ ਦੇ ਵਿੱਚ ਘਟ ਜਾਣ, ਕਿਉਂਕਿ ਵੋਟਾਂ ਜਿਹੜੀਆਂ ਹੈਗੀਆਂ ਉਹ ਪਰਫਾਰਮੈਂਸ ਦੇ ਨਾਲ ਮਿਲਦੀਆਂ ਹਨ, ਨਾ ਕਿ ਕਾਸਟ ਜਾਂ ਰਿਲੀਜੀਅਸ ਇਕੁਏਸ਼ਨਸ ਦੇ ਨਾਲ। ਕਿਉਂਕਿ ਸਾਰੀਆਂ ਪਾਰਟੀਆਂ, ਕਾਂਗਰਸ ਕਾਸਟ ਦਾ ਕਾਰਡ ਪਲੇ ਕਰ ਰਹੀ ਹੈ, ਬੀਜੇਪੀ ਤੇ ਅਕਾਲੀ ਦਲ ਜਿਹੜੇ ਹੈਗੇ ਧਰਮ ਦਾ ਕਾਰਡ ਪਲੇ ਕਰ ਰਹੇ ਹਨ, ਲੇਕਿਨ ਆਮ ਆਦਮੀ ਪਾਰਟੀ ਇਹਨਾਂ ਸਾਰਿਆਂ ਦੇ ਵਿੱਚੋਂ ਨਿਕਲ ਕੇ ਇੱਕ ਗਵਰਨੈਂਸ ਦੀ ਗੱਲ ਕਰ ਰਹੀ ਹੈ। ਔਰ ਲੋਕ ਇਸ ਟਾਈਮ ਜਿਹੜੀ ਹੈਗੀ ਨਾ ਧਰਮ ਦੀ ਗੱਲ ਸੁਣ ਰਹੇ ਹਨ, ਨਾ ਜਾਤ ਦੀ ਗੱਲ ਸੁਣ ਰਹੇ ਹਨ, ਉਹ ਗੱਲ ਕਰ ਰਹੇ ਹੈਗੇ ਕਿ ਪਰਫਾਰਮੈਂਸ, ਕਿਹੜੀ ਪਾਰਟੀ ਪਰਫਾਰਮ ਕਰੇਗੀ। ਉਹਨਾਂ ਨੇ ਦੋ ਕੰਬੀਨੇਸ਼ਨਸ ਨੂੰ ਆਲਰੇਡੀ ਟੈਸਟ ਕਰ ਲਿਆ। 10 ਸਾਲ ਅਕਾਲੀ ਦਲ ਬੀਜੇਪੀ ਨੂੰ ਕਰ ਲਿਆ, 5 ਸਾਲ ਕਾਂਗਰਸ ਨੂੰ ਕਰ ਲਿਆ। ਉਹਨਾਂ ਨੂੰ ਇਹ ਨਹੀਂ ਕਿ ਚੰਨੀ ਕੋਈ ਅਲੱਗ ਹੈ ਕੈਪਟਨ ਅਮਰਿੰਦਰ ਸਿੰਘ ਨਾਲੋਂ, ਉਹ ਕਾਂਗਰਸ ਦੀ ਸਰਕਾਰ ਨੂੰ ਐਜ਼ ਏ ਯੂਨਿਟ ਦੇਖ ਰਹੇ ਹੈਗੇ ਕਿ ਨਾ ਅਕਾਲੀ ਦਲ ਬੀਜੇਪੀ ਨੇ ਕੁਝ ਸਵਾਰਿਆ ਪੰਜਾਬ ਦਾ, ਨਾ ਕਾਂਗਰਸ ਨੇ ਸਵਾਰਿਆ।
ਇਹ ਚਾਹੇ ਨਾ ਉਹਨਾਂ ਨੂੰ ਆਸ ਹੋਵੇ ਕਿ ਆਮ ਆਦਮੀ ਪਾਰਟੀ ਵੀ ਸਵਾਰੇਗੀ, ਇਹਨੂੰ ਚਾਹੇ ਨਾ ਸੀਰੀਅਸਲੀ ਸੋਚ ਰਹੇ ਹੋਣ, ਲੇਕਿਨ ਉਹ ਇੱਕ ਮੌਕਾ ਜ਼ਰੂਰ ਦੇਣਾ ਚਾਹੁੰਦੇ ਨੇ ਜੀ ਕਿ ਜੀ ਜੀ ਇੱਕ ਬਿਲਕੁਲ ਦੋ ਨੂੰ ਅਸੀਂ ਅਜਮਾ ਲਿਆ, ਤੀਸਰੇ ਨੂੰ ਵੀ ਅਜਮਾਨ 'ਚ ਕੋਈ ਹਰਜ਼ ਨਹੀਂ ਹੈ। ਜੀ ਇਸ ਜੀ ਤਰ੍ਹਾਂ ਜੀ ਦੀ ਜਿਹੜੀ ਗੱਲ ਹੈ ਉਹ ਚੱਲ ਰਹੀ ਹੈ। ਪ੍ਰੋਫੈਸਰ ਸਾਹਿਬ ਬਹੁਤ ਮਿਹਰਬਾਨੀ, ਤੁਸੀਂ ਠੀਕ ਆਖਦੇ ਹੋ ਕਿ ਜਦੋਂ ਤੁਸੀਂ ਮੰਨ ਲਓ ਚਰਨਜੀਤ ਸਿੰਘ ਚੰਨੀ ਨੂੰ ਬਣਾ ਹੀ ਲਿਆ ਸੀ ਤਾਂ ਫਿਰ ਇਹਨੂੰ ਕਾਰਡ ਵਜੋਂ ਵਰਤਣ ਦੀ ਲੋੜ ਨਹੀਂ ਸੀ। ਤੁਸੀਂ ਇਸ ਕਾਸਟ ਨੂੰ ਕਾਰਡ ਵਾਂਗ ਕਿਉਂ ਵਰਤ ਰਹੇ ਹੋ? ਬੰਦਾ ਲਾਇਆ ਤੁਸੀਂ ਕਾਬਲੀਅਤ ਦੇ ਆਧਾਰ ਤੇ ਲਾਇਆ, ਪਰ ਜਦੋਂ ਤੁਸੀਂ ਇਹਨੂੰ ਇਸ ਤਰ੍ਹਾਂ ਜਿਹੜਾ ਵਖਰਾ ਕੇ ਔਰ ਅੱਗੇ ਸ਼ਿੰਗਾਰ ਕੇ ਰੱਖੋਗੇ ਤਾਂ ਕੁਦਰਤੀ ਤੌਰ ਤੇ ਫਿਰ ਸਾਰੇ ਵਰਗਾਂ ਦੇ ਵਿੱਚ ਇਸ ਤਰ੍ਹਾਂ ਦੀ ਭਾਵਨਾ ਦਾ ਆਉਣਾ ਪਰਤਣਾ ਕੋਈ ਵੱਡੀ ਗੱਲ ਨਹੀਂ ਹੁੰਦੀ। ਇਹ ਮੈਨੂੰ ਲੱਗਦਾ ਇਹ ਰਾਜਨੀਤੀ ਗਲਤ ਆ ਤੇ ਇਹ ਬੁਨਿਆਦ ਵੀ ਗਲਤ ਆ। ਚਰਨਜੀਤ ਸਿੰਘ ਚੰਨੀ ਬਤੌਰ ਇਨਸਾਨ, ਬਤੌਰ ਐਮਐਲਏ ਉਹ ਮੁੱਖ ਮੰਤਰੀ ਕਿਉਂ ਨਹੀਂ ਬਣ ਸਕਦੇ? ਇਹ ਵੱਡਾ ਸਵਾਲ ਆ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ।